किसी प्रकार भई पुन सारा। सुंदर तरवर बाग निहारा, सदन सुहावन है जिस माही। सिवर वित जानत बेताही, चौपई इसी प्रकार भई पुन सारा। वाहिगुरु जी का खालसा, वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਗਰੀਬ ਨਵਾਜ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਰਹਿਮਤ ਦਾ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਗੁਰੂ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰਨ ਦਾ ਮੌਕਾ ਮਿਲ ਰਿਹਾ ਹੈ। ਆਪ ਜੀ ਨੇ ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਰਾਗ ਦੇ ਨਿਯਮਾਂ ਦੇ ਤਹਿਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਦਾ ਆਨੰਦ ਮਾਣਿਆ ਹੈ। ਹੁਣ ਆਪਾਂ ਸਤਿਗੁਰਾਂ ਦੇ ਪਵਿੱਤਰ ਅਸਥਾਨ ਉੱਤੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਬਾਕਮਾਲ ਲਿਖਿਆ ਹੈ, ਤਿਸ ਦੀ ਸਾਂਝ ਰਲ ਮਿਲ ਕੇ ਕਰਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਿੱਲੀ ਦੀਆਂ ਸੰਗਤਾਂ ਨੂੰ ਤਾਰ ਕੇ ਨੌਵੇਂ ਪਾਤਸ਼ਾਹ ਜੀ ਦੇ ਅਸਥਾਨਾਂ ਨੂੰ ਪ੍ਰਗਟ ਕਰਕੇ ਮਾਤਾ ਸੁੰਦਰ ਕੌਰ ਜੀ ਨੂੰ ਸੰਗਤਾਂ ਦੀ ਬੇਨਤੀ ਕਰਨ ਤੇ ਉੱਥੇ ਛੱਡ ਕੇ ਇੱਕ ਪਾਲਕ ਪੁੱਤਰ ਅਜੀਤ ਸਿੰਘ ਉਹਨਾਂ ਦੀ ਝੋਲੀ ਪਾ ਕੇ ਰਸਤੇ ਦੇ ਵਿੱਚ ਮਜਲਾਂ ਕਰਦੇ ਹੋਏ ਮਥੁਰਾ ਪਹੁੰਚੇ ਹਨ। ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਇਤਿਹਾਸਕ ਅਸਥਾਨਾਂ ਨੂੰ ਦੇਖਣ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਆਗਰੇ ਤੋਂ 4 ਕੋ ਪਹਿਲਾਂ ਆ ਕੇ ਡੇਰਾ ਕਰਕੇ ਬੈਠ ਗਏ ਹਨ। ਇੱਥੇ ਇੱਕ ਗੁਰੂ ਘਰ ਦਾ ਸ਼ਰਧਾਲੂ ਖਾਨਖਾਨਾ ਉਹ ਸਤਿਗੁਰੂ ਸਾਹਿਬ ਜੀ ਨੂੰ ਮਿਲਦਾ ਹੈ। ਸਤਿਗੁਰੂ ਸਾਹਿਬ ਜੀ ਉਸ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੇ ਬਾਗ ਵਿੱਚ ਉਤਾਰਾ ਕਰਦੇ ਹਨ। ਸਾਹਿਬ ਜੀ ਨੂੰ ਇਹ ਬੇਨਤੀ ਕਰਦਾ ਹੈ, ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਉੱਤੇ ਮੇਰੀ ਬੜੀ ਭਾਵਨਾ ਹੈ। ਗੁਰੂ ਘਰ ਦੇ ਉੱਤੇ ਆਪ ਜੀ ਕਿਰਪਾ ਕਰੋ। ਆ ਮੇਰੇ ਸਰੀਰ ਦੇ ਵਿੱਚ ਨਾ ਬਹੁਤ ਦਰਦਾਂ ਉੱਠਦੀਆਂ, ਬਹੁਤ ਪੀੜਾ ਉੱਠਦੀਆਂ ਹਨ। ਆਪ ਜੀ ਕਿਰਪਾ ਕਰਕੇ ਮੇਰਾ ਇਹ ਰੋਗ ਦੂਰ ਕਰ ਦਿਓ। ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤਾ, ਖਾਨਖਾਨਾ ਤੇਰੇ ਤਨ ਦੀਆਂ ਜਿਹੜੀਆਂ ਪੀੜਾ ਜਿੰਨੀਆਂ ਹੋਣੀਆਂ ਸੀ ਸੋ ਹੁਣ ਤੱਕ ਹੋ ਲਈਆਂ। ਅੱਜ ਤੋਂ ਬਾਅਦ ਤੇਰੇ ਸਰੀਰ ਨੂੰ ਕੋਈ ਪੀੜਾ ਨਹੀਂ ਹੋਵੇਗੀ। ਇੱਕ ਗੁਰੂ ਘਰ ਦਾ ਬਚਨ ਕਮਾਈ, ਲੋੜਵੰਦਾਂ ਗਰੀਬਾਂ ਭੁੱਖਿਆਂ ਦੇ ਵਾਸਤੇ ਸਦਾ ਵਰਤ ਗੁਰੂ ਕਾ ਲੰਗਰ ਚਲਾ ਕੇ ਰੱਖੀ। ਤੇ ਲੰਗਰ ਚਲਾਉਣ ਦਾ ਵੀ ਸਤਿਗੁਰੂ ਜੀ ਨੇ ਉਸ ਨੂੰ ਇੱਕ ਅਨੋਖਾ ਤਰੀਕਾ ਦੱਸਿਆ ਕਿ ਜਿਸ ਨੂੰ ਵੀ ਲੰਗਰ ਭੋਜਨ ਛਕਾਵੇਂ ਉਸ ਦੇ ਭੋਜਨ ਦੇ ਵਿੱਚ ਇੱਕ ਇੱਕ ਮੋਹਰ, ਤੇਰੇ ਕੋਲ ਧਨ ਬਹੁਤ ਹੈ, ਉਹ ਭੋਜਨ ਦੇ ਵਿੱਚ ਇੱਕ ਇੱਕ ਮੋਹਰ ਉਸ ਨੂੰ ਜ਼ਰੂਰ ਭੇਟਾ ਕਰੀ ਦੇਈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਇਸ ਨੇ ਮੰਨਿਆ। ਰਿੰਦੇ ਸਵਾਸਾਂ ਤੱਕ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਨੂੰ, ਇਹ ਗੁਰੂ ਕੇ ਲੰਗਰਾਂ ਦੀ ਸੇਵਾ ਨੂੰ ਇਸ ਨੇ ਨਿਭਾਇਆ। ਸਤਿਗੁਰੂ ਸਾਹਿਬ ਜੀ ਇਸ ਨੂੰ ਦਰਸ਼ਨ ਦੇ ਕੇ ਵਾਪਸ ਆਪਣੇ ਅਸਥਾਨ ਦੇ ਉੱਤੇ ਆਉਂਦੇ ਹਨ। ਅੱਗੇ ਸਾਧ ਸੰਗਤ ਜੀ, ਇਹ ਗਰਮੀ ਦੀ ਰੁੱਤ ਹੈ, ਜੇਠ ਹਾੜ ਦਾ ਮਹੀਨਾ ਹੈ ਤੇ ਕੁਝ ਕੁ ਬੂੰਦਾਬਾਂਦੀ ਹੋਈ, ਵਰਖਾ ਹੋਈ ਹੈ। ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਗਰੇ ਪਹੁੰਚਣ ਦੇ ਉੱਤੇ ਇੰਦਰ ਦੇਵਤੇ ਨੇ ਆਪ ਜਲ ਛਿੜਕ ਕੇ ਸਵਾਗਤ ਕੀਤਾ ਹੋਵੇ। ਇੱਥੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਹਾਵਣੇ ਮੌਸਮ ਦੇ ਵਿੱਚ ਇੱਕ ਬਹੁਤ ਸੁੰਦਰ ਜਗ੍ਹਾ ਬਾਗ ਲੱਗਿਆ ਦੇਖਦੇ ਆ। ਉਸ ਵਿੱਚ
ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿੰਘਾਂ ਸਮੇਤ ਆ ਕੇ ਉਤਾਰਾ ਕੀਤਾ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਰਾਤਰੀ ਦਾ ਵਿਸ਼ਰਾਮ ਕੀਤਾ, ਜਿਵੇਂ ਅੱਗੇ ਇਤਿਹਾਸ ਆ ਰਿਹਾ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਸੀ ਪ੍ਰਕਾਰ ਭਈ ਪੁਨ ਸਾਰਾ। ਇਸ ਪ੍ਰਕਾਰ ਸਾਧ ਸੰਗਤ ਜੀ ਰਾਤ ਬਤੀਤ ਹੋ ਕੇ ਸਵੇਰ ਦਾ ਵੇਲਾ ਹੋਇਆ। ਸੁੰਦਰ ਸਰਵਰ ਬਾਗ ਨਿਹਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਸਿੰਘਾਂ ਨੇ ਬਹੁਤ ਸੁੰਦਰ ਦਰਖਤਾਂ ਵਾਲਾ ਬਾਗ ਦੇਖਿਆ। ਸਦਨ ਸੁਹਾਵਨ ਹੈ ਤਿਸ ਮਾਹੀ। ਇਸ ਬਾਗ ਦੇ ਵਿੱਚ ਇੱਕ ਬਹੁਤ ਸੁਹਾਵਣਾ ਬੜਾ ਸੁੰਦਰ ਸ਼ੋਭਨੀਕ ਘਰ ਹੈ। ਸਿਵਰ ਉਚਿਤ ਜਾਣਤ ਭੇਤਾਹੀ। ਉਸ ਜਗ੍ਹਾ ਨੂੰ ਉਚਿਤ ਜਾਣ ਕੇ ਯੋਗ ਜਾਣ ਕੇ ਸਤਿਗੁਰੂ ਜੀ ਨੇ ਟਿਕਾਣਾ ਕੀਤਾ। ਇਸ ਮੈਂ ਤਦਸ਼ਨ ਉਤਰੇ ਜਾਈ। ਸਤਿਗੁਰੂ ਜੀ ਨੇ ਉਸ ਘਰ ਦੇ ਵਿੱਚ ਜਾ ਕੇ ਉਤਾਰਾ ਕਰ ਲਿਆ। ਸਿੰਘ ਸੰਗ ਜੇ ਤਬ ਸਮੁਦਾਈ। ਜਿੰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੰਘ ਹਨ ਸਾਰੇ। ਦੇ ਦੇ ਆਏ ਸਥਾਨ ਬਤਾਈ। ਸਤਿਗੁਰੂ ਜੀ ਨੇ ਉਹਨਾਂ ਨੂੰ ਹੁਕਮ ਕਰਕੇ ਆਗਿਆ ਦੇ ਕੇ ਥਾਂ ਥਾਈਂ ਸਾਰਿਆਂ ਦੇ ਆਸਣ ਲਗਵਾ ਦਿੱਤੇ। ਜਥਾ ਜੋਗ ਕਹਿ ਕਹਿ ਉਤਰਾਈ। ਜਿੱਥੇ ਜਿੱਥੇ ਯੋਗ ਬਣਦਾ ਸੀ ਸਾਰਿਆਂ ਨੂੰ ਥਾਵਾਂ ਥਾਵਾਂ ਦੇ ਉੱਤੇ ਸਤਿਗੁਰੂ ਜੀ ਨੇ ਉਤਾਰਾ ਕਰਵਾਇਆ, ਆਸਣ ਲਵਾਏ। ਬੰਡ ਜਦੋਤ ਠਾਨ ਮਹਾਨੀ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਵੰਡ ਵੰਡ ਕੇ ਜਗ੍ਹਾ ਦਿੱਤੀ ਕਿ ਕਿਹੜੇ ਸਿੰਘ ਨੇ ਕਿੱਥੇ ਰਹਿਣਾ ਹੈ। ਉਤਰ ਖਾਲਸੇ ਸਭ ਦੁਖ ਢਾਨੀ। ਸਾਰਾ ਜਿਹੜਾ ਖਾਲਸਾ ਪੰਥ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ, ਸੋ ਉਹਨਾਂ ਨੇ ਉਤਾਰਾ ਕੀਤਾ, ਬੜਾ ਸੁੱਖ ਲਿਆ। ਇੱਕ ਦੋਏ ਦਿਵਸ ਕਰੇ ਬਿਸਰਾਮੋ। ਇੱਕ ਦੋ ਦਿਨ ਸਤਿਗੁਰੂ ਜੀ ਨੇ ਇੱਥੇ ਵਿਸ਼ਰਾਮ ਕੀਤਾ। ਕਿਤ ਕਿਆਨ ਦਰਸੈ ਸੁਖ ਧਾਮੂ। ਕਿੰਨੀਆਂ ਹੀ ਸੰਗਤਾਂ ਚੱਲ ਕੇ ਆਈਆਂ, ਸੁੱਖਾਂ ਦੇ ਧਾਮ ਸੁੱਖਾਂ ਦੇ ਘਰ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਹਨ। ਸੋਧ ਤਬ ਸੁਣੀ ਬਹਾਦਰ ਸ਼ਾਹੂ। ਜਦੋਂ ਬਹਾਦਰ ਸ਼ਾਹ ਨੇ ਇਹ ਖਬਰ ਸੁਣੀ ਕਿ ਗੁਰੂ ਸਾਹਿਬ ਜੀ ਆਗਰੇ ਵਿਖੇ ਆਏ ਹਨ, ਗੁਰ ਆਗਮਨ ਪਇਓ ਹਮ ਪਾਹੂ। ਕਿ ਗੁਰੂ ਸਾਹਿਬ ਜੀ ਦਾ ਆਉਣਾ ਹੋਇਆ ਸਾਡੇ ਪਾਸ। ਆਖਿਓ ਦਰਸ਼ਨ ਪੜ ਅਮਰਾਉ। ਉਸ ਵੇਲੇ ਬਹੁਤ ਖੁਸ਼ ਹੋਇਆ ਬਹਾਦਰ ਸ਼ਾਹ। ਖੁਸ਼ ਹੋ ਕੇ ਆਪਣਾ ਇੱਕ ਅਮਰਾਓ, ਇੱਕ ਅਹਿਲਕਾਰ ਭੇਜਿਆ। ਆਏ ਭੇਟ ਕਰ ਪਰਸੇ ਪਾਉ। ਸੋ ਉਸ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਭੇਟਾਵਾਂ ਰੱਖੀਆਂ, ਸਤਿਗੁਰੂ ਦੇ ਚਰਨਾਂ ਨੂੰ ਪਰਸਿਆ, ਮੱਥਾ ਟੇਕਿਆ। ਪਾਤਸ਼ਾਹ ਨੇ ਮੋਹਿ ਪਟਾਵਾ। ਨਾਲ ਹੀ ਬੇਨਤੀ ਕਰਕੇ ਕਹਿਣ ਲੱਗਾ, ਮਹਾਰਾਜ ਬਹਾਦਰ ਸ਼ਾਹ ਬਾਦਸ਼ਾਹ ਨੇ ਮੈਨੂੰ ਭੇਜਿਆ ਹੈ। ਜਬ ਆਮਨ ਤੁਮਰੋ ਸੁਨ ਪਾਵਾ। ਜਦੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਆਉਣਾ ਸੁਣਿਆ, ਦਰਸ਼ਨ ਰਾਵਰ ਕੋ ਅਬਿਲਾਖੀ। ਮਹਾਰਾਜ ਸੱਚੇ ਪਾਤਸ਼ਾਹ ਉਹ ਪਹਿਲਾਂ ਹੀ ਆਪ ਜੀ ਦੇ ਦਰਸ਼ਨਾਂ ਦੀ ਬੜੀ ਅਭਿਲਾਖਾ ਇੱਛਾ ਰੱਖਦਾ ਹੈ। ਉਸ ਵੇਲੇ ਇਹਦੀ ਇੱਛਾ ਹੋਰ ਪ੍ਰਬਲ ਹੋਈ। ਕਰੋ ਮੇਲ ਬਹੁ ਬਿਨਤੀ ਪਾਖੀ। ਆਪ ਜੀ ਆ ਕੇ ਉਸ ਨੂੰ ਮਿਲੋ, ਉਸ ਨੂੰ ਦਰਸ਼ਨ ਦਿਓ। ਇਹ ਉਹਨੇ ਬੜੀ ਅਭਿਲਾਖਾ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ ਹੈ। ਸਭ ਸਿਮਰਨ ਪ੍ਰਦ ਹੁਕਮ ਉਚਾਰਾ। ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਸਾਰੇ ਸਿੰਘਾਂ ਨੂੰ ਹੁਕਮ ਕੀਤਾ। ਜੀਨ ਪਾਏ ਹੈ ਕੀਏ ਤਿਆਰਾ ਕੀਜੈ ਤਿਆਰਾ। ਕਹਿਣ ਲੱਗੇ, ਭਾਈ ਸਿੰਘੋ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਓ ਤੇ ਤਿਆਰਾ ਕਰ ਲਵੋ। ਸੁਣ ਸਤਿਗੁਰ ਦੇ ਸ਼ਸਤਰ ਸੁਜਾਈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਸਿੰਘਾਂ ਨੇ ਆਪਣੇ ਤਨ ਦੇ ਉੱਤੇ ਸ਼ਸਤਰ ਸਜਾ ਲਏ। ਅਸਵਾਰੂਲ ਹੋਏ ਟਿਕਿਆਏ। ਸਾਰੇ ਘੋੜਿਆਂ ਦੇ ਉੱਤੇ ਅਸਵਾਰ ਹੋ ਕੇ ਨੇੜੇ ਪਹੁੰਚ ਗਏ। ਸ੍ਰੀ ਪ੍ਰਭ ਬਸਤਰ ਸਜਾਇਓ ਜਾਨਾ। ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਤਨ ਦੇ ਉੱਤੇ ਸੁੰਦਰ ਬਸਤਰ ਪਹਿਨੇ, ਸੁੰਦਰ ਚੋਲਾ ਪਹਿਨਿਆ ਔਰ ਬਹੁਤ ਸੁੰਦਰ ਵਿਭੂਖਣ ਗਹਿਣੇ ਸਤਿਗੁਰੂ ਜੀ ਨੇ ਆਪਣੇ ਤਨ ਉੱਤੇ ਸਜਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸੀਸ ਉੱਤੇ ਸਜੀ ਹੋਈ ਸੋਹਣੀ ਦਸਤਾਰ ਦੇ ਉੱਤੇ ਕਲਗੀ ਤੇ ਇਸੇ ਪ੍ਰਕਾਰ ਮਣੀਆਂ ਵਾਲੀ ਜਿਹੜੀ ਚੱਕਰੀ ਜਗ੍ਹਾ ਉਹ ਸ਼ੋਭਾ ਪਾ ਰਹੀ ਹੈ।
ਜਿਹੜੀ ਕਿ ਮੁਕਤੇ ਹੀਰਿਆਂ ਦੇ ਨਾਲ ਚਮਕਦੀ ਦਮਕਦੀ ਹੈ। ਖੜਗ ਗਾਤਰੇ ਸ਼ੁਭਦ ਵਿਸਾਲਾ। ਸਤਿਗੁਰੂ ਜੀ ਦੇ ਗਾਤਰੇ ਬਹੁਤ ਸੋਹਣੀ ਜਿਹੜੀ ਤਲਵਾਰ ਹੈ ਸ਼ੋਭਾ ਪਾ ਰਹੀ ਹੈ। ਕਾਟਨ ਕੰਗ ਸਰ ਖਰ ਭਰ जाला। ਔਰ ਇਸੇ ਤਰ੍ਹਾਂ ਤੀਰਾਂ ਦਾ ਭਰਿਆ ਹੋਇਆ ਪੱਥਾ ਸਤਿਗੁਰੂ ਜੀ ਦੇ ਕਮਰ ਦੇ ਲੱਕ ਦੇ ਦੁਆਲੇ ਸ਼ੋਭਾ ਪਾਉਂਦਾ। ਉਪਰ ਕਸਿਓ ਦੋ ਫੂਲ ਸੁਹਾਵੇ। ਔਰ ਇਸ ਤੋਂ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੋਹਣਾ ਸੁੰਦਰ ਇੱਕ ਵਸਤਰ ਲੈ ਕੇ ਉਸ ਦਾ ਕਮਰ ਕਸਾ ਕੀਤਾ। ਹਾਥ ਸਰਾਸਨ ਬਹੁ ਸ਼ਬ ਪਾਵੇ। ਸਤਿਗੁਰੂ ਜੀ ਦੇ ਪਵਿੱਤਰ ਹਸਤ ਕਮਲਾਂ ਦੇ ਵਿੱਚ ਬਹੁਤ ਸੋਹਣਾ ਧਨੁਖ ਸ਼ੋਭਾ ਪਾ ਰਿਹਾ ਹੈ। ਛੜ ਤਰੰਗ ਚਾਲੇ ਤੁਤ ਕੱਲਾ। ਉਸ ਵੇਲੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਤੁਰੰਤ ਚੱਲ ਪਏ। ਸੰਗ ਖਾਲਸਾ ਸ਼ੋਭ ਵਿਸਾਲਾ। ਸਤਿਗੁਰੂ ਜੀ ਦੇ ਨਾਲ ਬਹੁਤ ਸਾਰਾ ਜਿਹੜਾ ਖਾਲਸਾ ਦਲ ਫੌਜਾਂ ਸ਼ੋਭਾ ਪਾ ਰਹੀਆਂ ਹਨ। ਜਹਾਂ ਦੇ ਪਾਤਸ਼ਾਹੀ ਮੰਦਰ। ਜਿੱਥੇ ਪਾਤਸ਼ਾਹੀ ਮੰਦਰ ਹਨ, ਬਾਦਸ਼ਾਹ ਦੇ ਮਹਿਲ ਹਨ। ਗਨ ਸੁੰਦਰ ਕੇ ਬੈਠਿਓ ਅੰਦਰ। ਸੋ ਉਸ ਸੁੰਦਰ ਮਹਿਲ ਦੇ ਅੰਦਰ ਬਾਦਸ਼ਾਹ ਬਹਾਦਰ ਸ਼ਾਹ ਬੈਠਾ ਹੋਇਆ ਹੈ। ਸਿੰਘਨ ਪ੍ਰਤ ਪ੍ਰਭ ਹੁਕਮ ਬਖਾਨਾ। ਸਿੰਘਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਥਰੀਏ ਚੜੇ ਹਨ ਇਸ ਥਾਨਾ। ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਅੰਦਰ ਬਹਾਦਰ ਸ਼ਾਹ ਨੂੰ ਮਿਲ ਕੇ ਆਉਂਦੇ ਹਾਂ ਤੇ ਤੁਸੀਂ ਇੱਥੇ ਬਾਹਰ ਘੋੜਿਆਂ ਦੇ ਉੱਤੇ ਅਸਵਾਰ ਹੋ ਕੇ ਰਹੋ, ਤਿਆਰ-ਬਾਰ ਤਿਆਰ ਰਹੋ, ਕਿਉਂਕਿ ਇਹਨਾਂ ਮੁਗਲਾਂ ਪਠਾਨਾਂ ਤੁਰਕਾਂ ਨੇ ਪਹਿਲਾਂ ਬਹੁਤ ਧੋਖੇ ਕੀਤੇ ਸਨ। ਸੋ ਰਣਨੀਤੀ ਦੇ ਹਿਸਾਬ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਰਕਾਂ ਦਾ ਵਿਸਾਹ ਕੋਈ ਨਹੀਂ ਹੈ, ਇਸ ਕਰਕੇ ਤਿਆਰ-ਬਾਰ ਤਿਆਰ ਘੋੜਿਆਂ ਤੇ ਸਵਾਰ ਰਹੋ। ਸਾਹਿਬ ਸਿੰਘ ਦੇ ਸਾਹਿਬ ਸੋ ਭਾਈ ਸਾਹਿਬ ਸਿੰਘ, ਇੱਕ ਸਿੱਖ ਦਾ ਨਾਮ ਸਾਹਿਬ ਸਿੰਘ ਹੈ, ਉਸ ਨੂੰ ਨਾਲ ਲੈ ਕੇ ਸਤਿਗੁਰੂ ਜੀ ਅੰਦਰ ਚਲੇ ਗਏ। ਭਏ ਪ੍ਰਵੇਸ਼ ਬਲੋਕ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰ ਗਏ ਮਹਿਲ ਦੇ ਅੰਦਰ, ਜਿਹੜਾ ਬੜਾ ਅਚਰਜ ਮਹਿਲ ਹੈ। ਕੁਛ ਦੋਰੇ ਉਮਰ ਮਨ ਮਾਹੂ। ਉੱਥੇ ਜਾ ਕੇ ਦੇਖਿਆ ਕਿ ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਹੈ ਕੁਝ ਕੁ ਗਿਣਤੀ ਦੇ ਉਮਰਾਵਾਂ ਅਹਿਲਕਾਰਾਂ ਦੇ ਵਿਚਕਾਰ ਬੈਠਾ ਹੈ। ਬੈਠਿਓ ਤੋ ਬਹਾਦਰ ਸ਼ਾਹ। ਜਿੱਥੇ ਬਹਾਦਰ ਸ਼ਾਹ ਬੈਠਾ ਸੀ, ਸੂਰਜ ਸਮਾ ਸਰਗੁਰ ਕੋ ਦੇਖਾ। ਜਦੋਂ ਉਹਨੇ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਆ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਜਿਹੜੇ ਸੂਰਜਾਂ ਦੇ ਵੀ ਸੂਰਜ ਹੈ, ਜਿਵੇਂ ਸਾਧ ਸੰਗਤ ਸੂਰਜ ਚਮਕਦਾ ਨਾ, ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੀ ਲਾਲੀ ਨੂੰ, ਸਤਿਗੁਰੂ ਜੀ ਦੇ ਚਮਕਦੇ ਚਿਹਰੇ ਨੂੰ ਤੱਕਿਆ। ਕਮਲ ਬਲੋਚਨ ਧਰੇ ਵਸ਼ਿਖਾ। ਜਿਵੇਂ ਸੂਰਜ ਨੂੰ ਦੇਖ ਕੇ ਸਾਧ ਸੰਗਤ ਜੀ ਕਮਲ ਫੁੱਲ ਖਿੜ ਜਾਂਦੇ ਆ, ਇਸੇ ਤਰ੍ਹਾਂ ਇਹਦੇ ਜਿਹੜੇ ਅੱਖਾਂ, ਇਹਦੇ ਨੇਤਰ ਆ ਬਹਾਦਰ ਸ਼ਾਹ ਦੇ, ਸਤਿਗੁਰੂ ਜੀ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਪ੍ਰਫੁੱਲਤ ਹੋਏ। ਉੱਠ ਕਰ ਤੁਰਤ ਸਮੀਪੀ ਆਇਓ। ਉੱਠ ਕੇ ਜਲਦੀ ਦੇ ਨਾਲ ਸਤਿਗੁਰੂ ਜੀ ਦੇ ਨੇੜੇ ਆਇਆ। ਦਵੈ ਹੱਥ ਨੰਦਵੈ ਚਰਨ ਲਗਾਇਓ। ਦੋਵੇਂ ਹੱਥ ਇਸ ਨੇ ਆਪਣੇ ਸਤਿਗੁਰੂ ਜੀ ਦੇ ਦੋਵੇਂ ਚਰਨਾਂ ਤੇ ਟਿਕਾ ਦਿੱਤੇ। ਸ੍ਰੀ ਪ੍ਰਭ ਕਿਰਪਾ ਦਿਟ ਕਰ ਹੀਰਾ। ਸ਼ੁਭਾਇਮਾਨ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਇਸ ਨੂੰ ਤੱਕਿਆ। ਥਾਪੀ ਗਈ ਕੰਡ ਤਿਸ ਵੀਰਾ। ਸਤਿਗੁਰੂ ਜੀ ਨੇ ਇਹ ਬਹਾਦਰ ਸ਼ਾਹ ਦੀ ਪਿੱਠ ਦੇ ਉੱਤੇ, ਕੰਡ ਦੇ ਉੱਤੇ ਥਾਪੜਾ ਦਿੱਤਾ। ਸੁਭ ਸੁਖ ਬੜ ਪਦ ਗ੍ਰਾਹੀ। ਨਾਲ ਹੀ ਅਸ਼ੀਰਵਾਦ ਦਿੱਤਾ, ਹੇ ਬਹਾਦਰ ਸ਼ਾਹ ਬੜੇ ਸੁੱਖ ਆਰਾਮ ਦੇ ਨਾਲ ਇਹ ਪਾਤਸ਼ਾਹੀ ਭੋਗ ਜਿਹੜੀ ਤੈਨੂੰ ਮਿਲੀ ਹੋਈ ਹੈ। ਬਿਰਸੀ ਪ੍ਰਥਮਾ ਦਈ ਤੋ ਪਾਹੀ। ਕਹਿੰਦੇ ਇੱਕ ਵਾਰੀ ਤਾਂ ਤੁਹਾਡੀਆਂ ਕੁਲਾਂ ਦੇ ਵਿੱਚੋਂ ਜਿਹੜੀ ਪਾਤਸ਼ਾਹੀ ਇਹ ਬਿਨਸ ਗਈ ਸੀ, ਖਤਮ ਹੋ ਗਈ ਸੀ। ਸਤਿਗੁਰੂ ਜੀ ਨੇ ਤੁਰਕ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ, ਨਾ ਬਚਨ ਕੀਤੇ ਸਨ, ਪਰ ਸਤਿਗੁਰੂ ਕਹਿੰਦੇ ਤੇਰੀ ਭਾਵਨਾ ਨੂੰ ਦੇਖ ਕੇ ਕਹਿੰਦੇ ਅਸੀਂ ਤੈਨੂੰ ਦੁਬਾਰਾ ਬਖਸ਼ੀ ਹੈ। ਜਬ ਜੋ ਤੋਹੇ ਯਾਰ ਬਲ ਤਨ ਕੀ। ਔਰ ਜਿੰਨੀ ਕੁ ਤੇਰੇ ਤਨ ਦੀ ਆਰਜਾ ਹੈ, ਗੁਰ ਨੰਦਤ ਮਾਨਸਾ ਮਨ ਕੀ। ਓਨੀ ਉਮਰ ਦੇ ਵਿੱਚ ਕਹਿੰਦੇ ਬੜੇ ਆਨੰਦ ਦੇ ਨਾਲ ਆਪਣੀ ਇੱਛਾ ਦੇ ਸਹਿਤ ਇਹ ਪਾਤਸ਼ਾਹੀ ਭੋਗੋ। ਚੰਦਨ ਚੌਂਕੀ ਸੁਜਨ ਜਸਾਈ। ਬਹਾਦਰ ਸ਼ਾਹ ਨੇ ਚੰਦਨ ਦੀ ਸੋਹਣੀ ਚੌਂਕੀ ਢਹਾ ਦਿੱਤੀ ਸਤਿਗੁਰੂ ਜੀ ਦੇ ਬੈਠਣ ਵਾਸਤੇ, ਔਰ ਬੜਾ ਕਢਾਈਦਾਰ ਵਸਤਰ ਇਸ ਦੇ ਉੱਤੇ ਵਿਛਾਇਆ। ਇਸ ਪਰ ਸਤਿਗੁਰ ਦੇ ਬਿਠਾਈ। ਉਸ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ, ਬਿਰਾਜਮਾਨ ਕੀਤਾ। ਹਾਥ ਜੋੜ ਬਹੁ ਬਿਨੇ ਬਖਾਨੀ। ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬਾਰ-ਬਾਰ ਬੇਨਤੀਆਂ ਕੀਤੀਆਂ। ਤੁਮ ਸਹਾਇਤਾ ਮੈਂ
ਸਭ ਜਾਨੀ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਮੇਰੀ ਸਹਾਇਤਾ ਕੀਤੀ ਹੈ, ਮੈਂ ਇਹ ਜਾਣ ਲਿਆ। ਰਣ ਮੈਂ ਦਰਸ਼ਨ ਦੇ ਰਿਪ ਮਾਰਾ। ਆਪ ਜੀ ਨੇ ਮੈਦਾਨੇ ਜੰਗ ਵਿੱਚ ਦਰਸ਼ਨ ਦੇ ਕੇ ਮੇਰਾ ਭਰਾ ਜਿਹੜਾ ਮੇਰਾ ਵੈਰੀ ਸੀ ਤਾਰਾ ਆਜਮ, ਉਸ ਨੂੰ ਮਾਰਿਆ। ਮੈਂ ਦੇਖਿਆ ਮੈਦਾਨੇ ਜੰਗ ਵਿੱਚ ਆਕਾਸ਼ ਮੰਡਲ ਦੇ ਵਿੱਚ ਆਪ ਜੀ ਦਾ ਝਲਕਾਰਾ ਪਿਆ ਸੀ ਤੇ ਆਪ ਜੀ ਨੇ ਹੀ ਉਸ ਨੂੰ ਮਾਰਿਆ। ਆਪ ਜੀ ਨੇ ਮੈਨੂੰ ਆ ਇੰਨੀ ਵੱਡੀ ਸਲਤਨਤ ਬਖਸ਼ ਦਿੱਤੀ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਬਾਦਸ਼ਾਹ ਦੇ ਘਰ ਦੇ ਜਿੰਨੇ ਵੀ ਲੋਕ ਹਨ, ਜਿੰਨੇ ਤੀਰ ਅੰਦਾਜ਼ ਹੈ, ਯੋਧੇ ਆ, ਤੀਰ ਚਲਾਉਣ ਵਾਲੇ, ਅਚੂਕ ਨਿਸ਼ਾਨਿਆਂ ਵਾਲੇ, ਜਦੋਂ ਤਾਰਾ ਆਜਮ ਦੀ ਮੌਤ ਹੋ ਗਈ ਸੁਣ ਸੁਣ ਕੇ ਸਾਰੇ ਮੇਰੇ ਕੋਲੇ ਆਏ। ਜਦੋਂ ਮੈਂ ਆਪਣੇ ਭਰਾ ਦੇ ਮੱਥੇ ਵਿੱਚ ਜਿਹੜੇ ਤੁਸੀਂ ਤੀਰ ਮਾਰੇ ਸੀ ਉਹਨਾਂ ਨੂੰ ਖਿੱਚ ਕੇ ਬਾਹਰ ਕੱਢ ਕੇ ਲਿਆਂਦਾ, ਮੈਂ ਪੁੱਛਿਆ ਕਿ ਆਹ ਤੀਰ ਕਿਹੜੇ ਸੂਰਮੇ ਦੇ ਹੈ ਜਿਨ੍ਹਾਂ ਨਾਲ ਤਾਰਾ ਆਦਮ ਦੀ ਮੌਤ ਹੋਈ ਹੈ। ਤਾਂ ਮਹਾਰਾਜ ਇਹ ਜਿਹੜੇ ਬਾਦਸ਼ਾਹ ਦੇ ਸ਼ਾਹੀ ਫੌਜਾਂ ਦੇ ਵਿੱਚ ਜਿਹੜੇ ਜਰਨੈਲ ਹੈ, ਤੀਰ ਅੰਦਾਜ਼ ਆ, ਇਹ ਆਪਸ ਦੇ ਵਿੱਚ ਹੀ ਜਿੱਦ ਕੇ ਕਹਿਣ ਲੱਗੇ, ਕੋਈ ਕਹਿੰਦਾ ਤਾਰਾ ਆਜਮ ਨੂੰ ਮੈਂ ਮਾਰਿਆ ਹੈ, ਕੋਈ ਕਹਿੰਦਾ ਮੈਂ ਮਾਰਿਆ, ਆਪਸ ਵਿੱਚ ਜਿੱਦਦੇ ਸਨ। ਪਰ ਮਹਾਰਾਜ ਮੈਨੂੰ ਕਿਸੇ ਤੇ ਨਿਸ਼ਚਾ ਨਾ ਹੋਇਆ, ਕਿਸੇ ਤੇ ਯਕੀਨ ਨਾ ਹੋਇਆ ਵੀ ਇਹਨਾਂ ਨੇ ਮਾਰਿਆ ਹੋਵੇਗਾ। ਇਸ ਕਰਕੇ ਮੈਂ ਉਹਨਾਂ ਦੇ ਤਰਕਸ਼ਾਂ ਦੇ, ਉਹਨਾਂ ਦੇ ਭੱਥਿਆਂ ਦੇ ਤੀਰਾਂ ਦੀ ਪਰਖ ਕੀਤੀ। ਆ ਜਿਹੜੇ ਤਾਰਾ ਆਜਮ ਦੇ ਮੱਥੇ ਵਿੱਚੋਂ ਤੀਰ ਖਿੱਚ ਕੇ ਕੱਢੇ ਸਨ, ਇਹਨਾਂ ਦੇ ਨਾਲ ਮੇਲ ਕੀਤਾ, ਮਿਲਾ ਕੇ ਦੇਖੇ ਤੀਰ। ਮੈਂ ਮਹਾਰਾਜ ਸਮਤਾ ਕਰਕੇ ਦੇਖੀ, ਬਰਾਬਰਤਾ ਕਰਕੇ ਦੇਖੀ, ਪਰ ਕਿਸੇ ਦੇ ਵੀ ਤੀਰ ਇਹਨਾਂ ਤੀਰਾਂ ਨਾਲ ਮਿਲਦੇ ਨਹੀਂ ਸਨ। ਸੋ ਇਹ ਸਾਰੇ ਝੂਠ ਬੋਲ ਕੇ ਪਛਤਾਉਂਦੇ ਹੋਏ ਪਿੱਛੇ ਹਟ ਗਏ। ਉਹ ਤੀਰ ਮੈਂ ਹੁਣ ਤੱਕ ਵੀ ਮਹਾਰਾਜ ਸੰਭਾਲ ਕੇ ਰੱਖੇ ਹੋਏ ਹਨ। ਤੇ ਮਹਾਰਾਜ ਹੁਣ ਮੈਂ ਆਪ ਜੀ ਦੇ ਤੀਰਾਂ ਦੇ ਨਾਲ ਮਿਲ ਕੇ ਦੇਖਾਂਗਾ। ਕਿਉਂ ਕਹਿ ਕੇ ਆਪਣੇ ਨੌਕਰਾਂ ਤੋਂ ਉਹ ਦੋਵੇਂ ਤੀਰ ਮੰਗਾ ਲਏ ਬਹਾਦਰ ਸ਼ਾਹ ਨੇ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਆਖਿਆ, ਮਹਾਰਾਜ ਤੁਸੀਂ ਵੀ ਆਪਣੇ ਭੱਥੇ ਦੇ ਤੀਰ ਕੱਢੋ। ਇਉਂ ਬੇਨਤੀ ਕਰਕੇ ਸਤਿਗੁਰੂ ਜੀ ਦੇ ਭੱਥੇ ਦੇ ਤੀਰ ਵੀ ਸਾਹਮਣੇ ਕਰਵਾਏ। ਤੋ ਸਾਧ ਸੰਗਤ ਜਦੋਂ ਇਹ ਤੀਰ ਦੇਖੇ ਜਿਹੜੇ ਦੇ ਹੱਥ ਵਿੱਚ ਫੜੇ ਹੋਏ ਆ ਉਹ ਵੀ, ਤੇ ਜਿਹੜੇ ਸਤਿਗੁਰੂ ਜੀ ਦੇ ਭੱਥੇ ਵਿਚਲੇ ਤੀਰ ਹੈ ਉਹ ਦੇਖੇ ਵੀ ਇਹਨਾਂ ਸਾਰੇ ਹੀ ਤੀਰ ਇਹ ਬਰਾਬਰ ਦੇ ਆ, ਇੱਕੋ ਜਿਹੇ ਹੈ। ਸਾਰਿਆਂ ਨੂੰ ਸਵਾ ਤੋਲਾ ਸੋਨਾ ਲੱਗਾ ਹੋਇਆ ਹੈ। ਉਸ ਵੇਲੇ ਬੜਾ ਹਿਰਦੇ ਵਿੱਚ ਖੁਸ਼ ਹੋਇਆ, ਸਤਿਗੁਰੂ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ। ਸਰਬ ਕਲਾ ਸਮਰੱਥ ਗੁਣ ਖਾਨੀ। ਕਹਿੰਦਾ ਮਹਾਰਾਜ ਆਪ ਜੀ ਸਰਬ ਕਲਾ ਸਮਰੱਥ, ਗੁਣਾਂ ਦੀ ਖਾਨ, ਗੁਣਾਂ ਦੇ ਭੰਡਾਰੇ ਹੋ, ਸਰਬ ਸ਼ਕਤੀਆਂ ਦੇ ਮਾਲਕ ਹੋ। ਜਗ ਮੈਂ ਕੋਈ ਨਾ ਆਪ ਸੁਮਾਨੀ। ਸੰਸਾਰ ਦੇ ਵਿੱਚ ਕੋਈ ਵੀ ਤੁਹਾਡਾ ਸਾਨੀ ਨਹੀਂ, ਤੁਹਾਡੇ ਵਰਗਾ ਹੋਰ ਕੋਈ ਦੂਜਾ ਨਹੀਂ। ਮਹਿਮਾ ਜਾਣੈ ਮਨ ਮੇਰਾ। ਮਹਾਰਾਜ ਆਪ ਜੀ ਦੀ ਇਸ ਮਹਿਮਾ, ਇਸ ਵਡਿਆਈ ਤੋਂ ਮੇਰਾ ਮਨ ਜਾਣੂ ਹੈ। ਬਖਸ਼ੋ ਰਾਜ ਸਮਾਜ ਵਡੇਰਾ। ਆਪ ਜੀ ਨੇ ਮੈਨੂੰ ਆ ਕਿੰਨੀ ਵਡਿਆਈ ਦਿੱਤੀ, ਕਿੰਨਾ ਵੱਡਾ ਰਾਜ ਭਾਗ ਸਾਜੋ ਸਮਾਨ ਬਖਸ਼ ਦਿੱਤਾ। ਸ੍ਰੀ ਪ੍ਰਭ ਕਹਿਓ ਪੁਰੀ ਅਬ ਬਾਂਛੀ। ਸਤਿਗੁਰੂ ਜੀ ਕਹਿਣ ਲੱਗੇ, ਬਹਾਦਰ ਸ਼ਾਹ ਤੇਰੀ ਜਿਹੜੀ ਇੱਛਾ ਸੀ, ਵਾਸ਼ਨਾ ਸੀ, ਤੇਰੀ ਆਕਾਂਖਸ਼ਾ ਸੀ, ਉਹ ਪੂਰੀ ਹੋ ਗਈ, ਤੇਰੀ ਤਮੰਨਾ। ਗੁਰ ਘਰ ਸੋ ਸਾਬਤ ਰਹੋ ਆਛੀ। ਨਾਲ ਹੀ ਸੁਚੇਤ ਵੀ ਕੀਤਾ, ਕਹਿੰਦੇ ਤੇਰੀ ਤਮੰਨਾ ਤਾਂ ਪੂਰੀ ਹੋ ਗਈ ਬਹਾਦਰ ਸ਼ਾਹ, ਹੁਣ ਗੁਰੂ ਘਰ ਦੇ ਨਾਲ ਅੱਛੀ ਤਰ੍ਹਾਂ ਰਹੀਂ, ਗੁਰੂ ਘਰ ਦੇ ਨਾਲ ਠੀਕ ਰਹੀਂ, ਗੁਰੂ ਘਰ ਦੇ ਨਾਲ ਸੰਬੰਧ ਚੰਗੇ ਰੱਖੀ। ਅਬ ਚਲ ਲੈ ਲਗ ਭੋਗੋ ਰਾਜੂ। ਹਾਂ, ਜਿੰਨੀ ਦੇਰ ਤੱਕ ਤੇਰੀ ਉਮਰ ਹੈ ਓਨੀ ਦੇਰ ਤੱਕ ਨਿਸ਼ਚਿੰਤ ਹੋ ਕੇ ਅਬ ਚਲ ਇਸ ਰਾਜ ਭਾਗ ਨੂੰ ਭੋਗ। ਸਾਹਮਣੇ ਜਗ ਮੈਂ ਕੋਏ ਸਮਾਜੂ। ਤੇਰੇ ਸਮਾਨ, ਤੇਰੇ ਵਰਗਾ ਕੋਈ ਹੋਰ ਰਾਜਾ ਇਸ ਵੇਲੇ ਦੁਨੀਆ ਦੇ ਵਿੱਚ ਨਹੀਂ ਹੈ, ਔਰ ਤੇਰੇ ਜਿੰਨਾ ਸਾਜੋ ਸਮਾਨ ਵੀ ਕਿਸੇ ਕੋਲ ਨਹੀਂ। ਕਲਗੀ ਸ੍ਰੀ ਗੁਰ ਕੇ ਸਰਹੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਸਜਾਈ ਹੋਈ ਦਸਤਾਰ ਉੱਪਰ
ਬਹਾਦਰ ਸ਼ਾਹ ਨੇ ਜਦੋਂ ਸੋਹਣੀ ਕਲਗੀ ਦੇਖੀ, ਬੋਲਿਓ ਸ਼ਾਹ ਬਹਾਦਰ ਫੇਰ, ਬਹਾਦਰ ਸ਼ਾਹ ਫੇਰ ਕਹਿ ਉੱਠਿਆ, ਲਾਖੋ ਕੀਮਤ ਜਰੇ ਜਵਾਹਰ, ਮਹਾਰਾਜ ਲੱਖਾਂ ਕੀਮਤੀ ਜਵਾਹਰਾਂ ਦੇ ਨਾਲ ਜੜਾਊ, ਜਗਮਗ ਜੀਵ ਜਸੂਗੀ ਜਾਹਰ, ਔਰ ਜਿਸ ਦੇ ਵਿੱਚ ਜਗਮਗ ਕਰਦੇ ਹੋਏ ਹੀਰੇ ਜਵਾਹਰਾਤ ਹਨ, ਬੜੀ ਸ਼ੋਭਾ ਵਾਲੀ ਜਿਹੜੀ ਕਲਗੀ ਹੈ, ਸੋ ਜ਼ਾਹਰ ਹੀ ਉਹ ਬੜੀ ਜਗਮਗਾਉਂਦੀ ਕਲਗੀ ਹੈ। ਅਸ ਕਲਗੀ ਲੈ ਆਵ ਖਜ਼ਾਨੀ, ਇਹੋ ਜੀ ਕਲਗੀ ਮੇਰੇ ਵੀ ਖਜ਼ਾਨੇ ਵਿੱਚ ਪਈ ਹੈ। ਆਪਣੇ ਨੌਕਰ ਨੂੰ ਹੁਕਮ ਕੀਤਾ ਕਿ ਜਿਹੜੀ ਇਹੋ ਜਿਹੀ ਕਲਗੀ ਹੈ ਮੇਰੇ ਤੋਸ਼ੇ ਖਾਨੇ ਖਜ਼ਾਨੇ ਵਿੱਚ ਪਈ, ਉਹ ਲੈ ਕੇ ਆਓ। ਸੰਗ ਦੁਸ਼ਾਲੇ ਬਸਤਰ ਮਹਾਨੀ, ਬਹੁਤ ਮਹਾਨ ਸੋਹਣੇ ਵਸਤਰ ਵੀ ਲੈ ਕੇ ਆਓ, ਦੁਸ਼ਾਲੇ ਵੀ ਲੈ ਕੇ ਆਓ। ਇਕ ਤੁਕ ਤੁਕੀ ਮੋਲ ਬਕੇਰੀ, ਸੋ ਇਸ ਪ੍ਰਕਾਰ ਇੱਕ ਧੁਕ ਤੁਕੀ ਜਿਹੜੀ ਸੰਪਰਦਾਇ ਵਿੱਚ ਅਰਥ ਕੀਤਾ ਜਾਂਦਾ ਹੈ, ਧੁਕ ਤੁਕੀ ਨਾਮ ਬੰਦੂਕ ਦਾ ਹੈ। ਇੱਕ ਜਿਹੜੀ ਬੜੀ ਅਮੋਲਕ ਧੁਕ ਤੁਕੀ ਬੜੀ ਬਹੁਤ ਮੁੱਲ ਦੀ ਮਹਿੰਗੇ ਮੁੱਲ ਦੀ ਬੰਦੂਕ ਹੈ, ਉਹ ਵੀ ਲੈ ਕੇ ਆਓ। ਆਨੋ ਅਬੈਨ ਕੀਜੈ ਦੇਰੀ, ਉਹ ਹੁਣੇ ਹੀ ਲੈ ਕੇ ਆਓ, ਦੇਰੀ ਨਾ ਕਰੋ। ਸੋਨਕ ਜਾਨਚੀ ਤਰਸ਼ਨ ਆਨੀ, ਉਸ ਵੇਲੇ ਖਜ਼ਾਨੇ ਦਾ ਜਿਹੜਾ ਖਜ਼ਾਨਚੀ ਸੀ, ਬਹਾਦਰ ਸ਼ਾਹ ਦਾ ਹੁਕਮ ਸੁਣ ਕੇ ਉਸੇ ਪਲ ਲੈ ਕੇ ਆਇਆ ਸਾਰੀਆਂ ਵਸਤੂਆਂ। ਗੋਰੇ ਆਗੇ ਤਰਬੌਰ ਬਖਾਨੀ, ਸਤਿਗੁਰੂ ਜੀ ਅੱਗੇ ਸਾਰੀਆਂ ਭੇਟਾਵਾਂ ਨਜ਼ਰਾਨੇ ਰੱਖ ਕੇ ਬਹਾਦਰ ਸ਼ਾਹ ਕਹਿਣ ਲੱਗਾ, ਅਬ ਆਖਾੜ ਤਬਤ ਹੈ ਭਾਰੀ, ਮਹਾਰਾਜ ਹੁਣ ਆਖਾੜ ਦਾ ਮਹੀਨਾ, ਹਾੜ ਦਾ ਮਹੀਨਾ, ਬੜੀ ਤਪਦੀ ਹੋਈ ਰੁੱਤ ਹੈ। ਬਰਖਾ ਰਤਬ ਨੇਟ ਨਿਹਾਰੀ, ਵਰਖਾ ਦੀ ਰੁੱਤ ਜਿਹੜੀ ਉਹ ਨੇੜੇ ਹੀ ਹੈ। ਹਾੜ ਤੋਂ ਬਾਅਦ ਸਾਉਣ ਭਾਦੋਂ ਵਰਖਾ ਵਾਲੇ ਮਹੀਨੇ ਆਉਣ ਵਾਲੇ ਹਨ। ਬੰਦ ਚਲਣ ਕੋ ਵਰਜਨ ਹੋਏ, ਔਰ ਜਦੋਂ ਮੀਂਹ ਪੈਣ ਲੱਗ ਜਾਂਦੇ ਆ, ਵਰਖਾ ਰੁੱਤ ਹੁੰਦੀ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਜਿਹੜੇ ਰਾਹੀ ਬੰਦੀ ਹੈ ਰਸਤੇ ਉੱਤੇ ਚੱਲਣ ਵਾਲੇ, ਉਹਨਾਂ ਦੇ ਵਾਸਤੇ ਵਰਜਨ ਹੋ ਜਾਂਦੀ ਹੈ, ਉਹਨਾਂ ਨੂੰ ਰੁਕਣਾ ਪੈਂਦਾ ਹੈ। ਨਿਜ ਨਿਜ ਥਾਨ ਧਰੈ ਸਭ ਕੋਏ, ਸਾਰੇ ਆਪੋ ਆਪਣੀ ਜਗ੍ਹਾ ਤੇ ਜਿੱਥੇ ਜਿੱਥੇ ਹੁੰਦੇ ਆ ਉੱਥੇ ਟਿਕਾਣਾ ਕਰ ਲੈਂਦੇ ਆ, ਚੱਲਦੇ ਨਹੀਂ ਵਰਖਾ ਰੁੱਤ ਵਿੱਚ। ਜਾਂਦੇ ਮਾਨ ਲਿਓ ਮਮ ਅਰਜੀ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮੇਰੀ ਅਰਜੀ, ਮੇਰੀ ਬੇਨਤੀ ਮੰਨ ਲਵੋ। ਬਰਾਬਰ ਕੇ ਦਰਸ਼ਨ ਕੋ ਕਰਜੀ, ਮੈਂ ਆਪ ਜੀ ਦੇ ਦਰਸ਼ਨਾਂ ਦਾ ਵੀ ਗਰਜੀ ਹਾਂ, ਆਪ ਜੀ ਦੇ ਦਰਸ਼ਨਾਂ ਦੀ ਗਰਜ ਹੈ, ਇੱਛਾ ਹੈ, ਚਾਹਨਾ ਹੈ ਮੈਨੂੰ। ਬਸੋ ਤਮਾਸਾ ਕਰੁਣਾ ਕਰੀਐ, ਆਪ ਜੀ ਇਹ ਚੁਮਾਸਾ ਕਿਰਪਾ ਕਰਕੇ ਇੱਥੇ ਹੀ ਕੱਟੋ, ਇੱਥੇ ਹੀ ਵਾਸਾ ਕਰੋ। ਚੁਮਾਸਾ ਸਾਧ ਸੰਗਤ ਜੀ, ਜਦੋਂ ਇਹ 2 ਮਹੀਨੇ ਸਾਉਣ ਅਤੇ ਭਾਦੋਂ ਇਹਨਾਂ ਵਿੱਚ ਵਰਖਾ ਵਰਦੀ ਆ, ਸੋ ਪਾਣੀ ਚੋਂਦਾ ਹੈ, ਇਸ ਕਰਕੇ ਇਹਨੂੰ ਚੋਣ ਵਾਲਾ ਮਾਸ ਮਹੀਨਾ, ਜਿਸ ਵਿੱਚ ਜਿਹੜੇ ਮਹੀਨਿਆਂ ਵਿੱਚ ਪਾਣੀ ਚੋਂਦਾ ਹੈ, ਇਹਨਾਂ ਮਹੀਨਿਆਂ ਨੂੰ ਚੁਮਾਸਾ ਆਖਿਆ ਜਾਂਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹਾਦਰ ਸ਼ਾਹ ਕਹਿੰਦਾ, ਮਹਾਰਾਜ ਆ ਚੁਮਾਸਾ, ਆ ਵਰਖਾ ਦੇ ਜਿਹੜੇ ਮਹੀਨੇ ਆ 2, ਆਪ ਜੀ ਇੱਥੇ ਹੀ ਗੁਜ਼ਾਰੋ। ਮਨ ਮਿਲ ਗਮਨ ਅਬਰ ਥਲ ਕਰੀਐ, ਉਸ ਤੋਂ ਬਾਅਦ ਮਹਾਰਾਜ ਆਪ ਜੀ ਆਪਣੀ ਇੱਛਾ ਮੁਤਾਬਕ ਫਿਰ ਸਾਰੇ ਸਿੰਘਾਂ ਦੇ ਨਾਲ ਮਿਲ ਕੇ ਤੇ ਆਪ ਜੀ ਰਲ ਮਿਲ ਕੇ, ਔਰ ਮੈਂ ਵੀ ਆਪ ਜੀ ਦੇ ਸਾਥ ਚੱਲਾਂਗਾ, ਅਗਲੇ ਪੜਾਅ ਦੇ ਵੱਲ ਆਪਾਂ ਚਾਲਾ ਮਾਰਾਂਗੇ। ਦਈ ਉਪਾਇਨ ਅੰਗੀਕਾਰ, ਹੁਣ ਕਿਰਪਾ ਕਰੋ, ਜਿਹੜੀਆਂ ਮੈਂ ਭੇਟਾਵਾਂ ਆਪ ਜੀ ਨੂੰ ਅਰਪਣ ਕੀਤੀਆਂ, ਇਹਨਾਂ ਨੂੰ ਅੰਗੀਕਾਰ ਕਰੋ, ਪ੍ਰਵਾਨ ਕਰੋ। ਮੁਝ ਕੋ ਆਪਣਾ ਜਾਨ ਸੁਭਾਲ, ਮੈਨੂੰ ਆਪਣਾ ਦਾਸ, ਆਪਣਾ ਸਿੱਖ, ਆਪਣਾ ਸੇਵਕ, ਆਪਣਾ ਮੁਰੀਦ ਜਾਣ ਕੇ ਮੇਰੀ ਸਾਂਭ ਸੰਭਾਲ ਕਰੋ, ਮੈਨੂੰ ਕਦੇ ਵਿਸਾਰਿਓ ਨਾ, ਮੈਨੂੰ ਹਮੇਸ਼ਾ ਚੇਤੇ ਰੱਖੋ। ਨਿਕਟ ਪੌਰ ਸਾਹਿਬ ਸੰਗ ਖਰਿਓ, ਔਰ ਪੌੜ ਦੇ ਨੇੜੇ, ਡਿਉਢੀ ਦਰਵਾਜ਼ੇ ਦੇ ਨੇੜੇ ਸਾਹਿਬ ਸਿੰਘ ਜੀ ਸਿੰਘ ਖੜੇ ਸਨ। ਸ੍ਰੀ ਸਰਗੁਰ ਆਵਾਹਨ ਕਰਿਓ, ਸਤਿਗੁਰੂ ਜੀ ਨੇ ਉਹ ਸਿੰਘ ਨੂੰ ਕੋਲ ਬੁਲਾਇਆ, ਚਸ਼ਮਾ ਇਸ਼ਾਰਤ ਦੇ ਸਮਝਾਇਓ, ਆਪਣੇ ਚਸ਼ਮਾ, ਆਪਣੇ ਨੇਤਰਾਂ ਦਾ ਇਸ਼ਾਰਾ ਦੇ ਕੇ ਉਸ ਨੂੰ ਸਮਝਾਇਆ। ਫਿਰਤ ਸਾਸ ਦੀਏ ਉਚਵਾਇਓ, ਜਿਹੜੀ ਸ਼ਾਹ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਦਿੱਤੀ ਸੀ, ਇਸ਼ਾਰਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਿੰਘ ਨੂੰ ਚੁਕਵਾ ਦਿੱਤੀ, ਭਾਈ ਆ ਚੁੱਕ ਕੇ ਲੈ ਚੱਲ। ਬੇਟੀ ਜਲਕਤ ਕਲਗੀ ਜੋਏ, ਉਹ ਜਿਹੜੀ ਬੜੀ ਚਲਕਦੀ ਹੋਈ ਇੱਕ ਪੇਟੀ ਸੀ, ਕਮਰਕੱਸਾ, ਔਰ ਇਸੇ ਪ੍ਰਕਾਰ ਬਹੁਤ ਸੋਹਣੀ ਕਲਗੀ, ਲਈ ਉਠਾਏ ਤੁਕ ਤੁਕੀ ਸੋਏ, ਨਾਲ ਹੀ ਜਿਹੜੀ ਧੁਕ ਤੁਕੀ ਬਹੁਮੁੱਲੀ ਬੰਦੂਕ ਸੀ, ਉਹ ਵੀ ਸਿੰਘ ਨੇ ਚੁੱਕ ਲਈ। ਖੁਸ਼ੀ ਕਰੀ ਗੁਰ ਬਾਹਰ ਆਈ, ਇਉਂ ਬਹਾਦਰ ਸ਼ਾਹ ਨੂੰ ਖੁਸ਼ੀਆਂ ਬਖਸ਼ ਕੇ ਸਤਿਗੁਰੂ ਜੀ ਬਾਹਰ ਆ ਗਏ। ਸਾਹਿਬ ਸਿੰਘ ਚਲਤ ਪਿਛਵਾਈ, ਭਾਈ ਸਾਹਿਬ ਸਿੰਘ ਜੀ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਚੱਲ ਰਹੇ ਹਨ। ਦਿਲ ਭੋਰਨ
ਪਰ ਤਬ ਚੜ ਚਾਲੀ। ਫਿਰ ਆ ਕੇ ਸਤਿਗੁਰੂ ਜੀ ਆਪਣੇ ਘੋੜੇ ਤੇ ਚੜ ਕੇ ਅਸਵਾਰ ਹੋ ਕੇ ਚੱਲ ਪਏ। ਮੇਰੇ ਸਿੰਘ ਹੈ ਚੜੀ ਸੰਭਾਲੀ। ਸਾਰੇ ਸਿੰਘ ਜਿਹੜੇ ਘੋੜਿਆਂ ਦੇ ਉੱਤੇ ਅਸਵਾਰ ਸਨ ਉਹ ਵੀ ਸਤਿਗੁਰੂ ਜੀ ਨੂੰ ਆ ਕੇ ਮਿਲ ਗਏ। ਸਨੇ ਸਨੇ ਤੜਕੈ ਪ੍ਰਭ ਆਈ। ਹੌਲੀ ਹੌਲੀ ਚੱਲਦੇ ਹੋਏ ਸਤਿਗੁਰੂ ਜੀ ਆਏ। ਜੈ ਉਪਵਨ ਤਰਵਰ ਸਮੁਦਾਈ। ਉੱਥੇ ਪਹੁੰਚੇ ਜਿੱਥੇ ਉਪਵਨ ਬਾਗ ਸੀ। ਬਾਗ ਦੇ ਵਿੱਚ ਬਹੁਤ ਸਾਰੇ ਦਰਖਤ ਸਨ। ਉਤਰ ਪਰੇ ਪ੍ਰਭ ਬਾਗ ਨਿਹਾਰਸ। ਸਤਿਗੁਰੂ ਜੀ ਉਤਰ ਪਏ ਘੋੜੇ ਤੋਂ ਬਾਗ ਨੂੰ ਦੇਖਦੇ ਹਨ। ਜੋ ਮਾਲੀ ਗੌਰੀ ਤੁਸਦਾਰਸ। ਇਹ ਜਿਹੜਾ ਬਾਗ ਮਾਲੀ ਨੇ ਬਹੁਤ ਰੀਤੀਆਂ ਦੇ ਨਾਲ ਬਹੁਤ ਚੰਗੇ ਤਰੀਕੇ ਦੇ ਨਾਲ ਸੁਧਾਰਿਆ ਸੰਵਾਰਿਆ ਹੋਇਆ ਸੀ। ਆਲੂ ਅੰਬ ਅਨਾਰ ਜਾਇਬ ਅਨਾਰ ਜਾਇਬ। ਆੜੂਆਂ ਦੇ ਦਰਖਤ ਸਨ, ਅੰਬ ਦੇ ਦਰਖਤ ਸਨ ਤੇ ਅਜੀਬ ਹੀ ਕਿਸਮ ਦੇ ਅਨਾਰ ਸਨ। ਕਦਰੀ ਕਟਨ ਬਲੋਕਤ ਸਾਹਿਬ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇਖਦੇ ਆ ਕੇਲਿਆਂ ਦੇ ਦਰਖਤ ਹਨ, ਕਟਹਲ ਦੇ ਦਰਖਤ ਆ। ਔਰ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਹੋਰ ਦਰਖਤ ਦੇਖਦੇ ਹਨ। ਤੂਤ ਬਦਾਨਾ ਤਰ ਅੰਜੀਰ। ਅੰਜੀਰ ਦੇ ਦਰਖਤ ਸਤਿਗੁਰੂ ਜੀ ਨੇ ਦੇਖੇ ਤੇ ਤੂਤ ਬਦਾਨਾ ਦੇਖਿਆ। ਸਾਧ ਸੰਗਤ ਜੀ ਜਿਸ ਨੂੰ ਅਸਤੂਤ ਕਿਹਾ ਜਾਂਦਾ, ਉਹ ਤੂਤ ਜਿਹੜਾ ਪੇਂਦ ਕੀਤਾ ਹੁੰਦਾ ਜਿਹਦੇ ਉੱਤੇ ਵੱਡੀਆਂ ਵੱਡੀਆਂ ਤੂਤੀਆਂ ਲੱਗਦੀਆਂ ਉਹਨੂੰ ਅਸਤੂਤ ਵੀ ਕਹਿੰਦੇ ਆ ਤੇ ਤੂਤ ਬਦਾਨਾ ਵੀ ਕਹਿੰਦੇ ਆ। ਇਹ ਤੂਤ ਬਦਾਨਾ ਅੰਜੀਰ ਵਗੈਰਾ ਦੇ ਦਰਖਤ ਦੇਖੇ। ਚੰਪਕ ਨਾਲ ਕੇਰ ਕੀ ਭੀਰ। ਇਸੇ ਤਰ੍ਹਾਂ ਚੰਬੇ ਦੇ ਦਰਖਤ ਸਾਧ ਸੰਗਤ ਜੀ ਚੰਬੇ ਦੇ ਫੁੱਲ ਸਤਿਗੁਰੂ ਜੀ ਦੇਖਦੇ ਆ। ਔਰ ਨਾਲ ਕੇਲ ਕੀ ਭੀੜ ਨਾਰੀਅਲ ਦੇ ਜਿਹੜੇ ਦਰਖਤ ਹਨ ਭੀੜ ਲੱਗੀ ਹੋਈ ਬਹੁਤ ਸਾਰੇ ਝੁੰਡ ਉਹ ਵੀ ਸਤਿਗੁਰੂ ਨੇ ਦੇਖੇ। ਰਾਏ ਬੇਲ ਚੰਬੇਲੀ ਖਿਰੀ। ਰਾਏ ਬੇਲ ਤੇ ਖਿੜੀ ਹੋਈ ਚਮੇਲੀ ਦੇਖੀ। ਗਨ ਪੰਕਦ ਨਦ ਜਲ ਸੋ ਮਿਲੀ। ਬਹੁਤ ਸਾਰੀਆਂ ਜਿਹੜੀਆਂ ਪੰਕਤੀਆਂ ਲਾਈਨਾਂ ਬਣੀਆਂ ਹੋਈਆਂ ਇਹਨਾਂ ਦਰਖਤਾਂ ਦੀਆਂ ਜਲ ਸੋ ਮਿਲੀ। ਔਰ ਪਾਣੀ ਦੇ ਨਾਲ ਭਰੇ ਹੋਏ ਹਨ ਦਰਖਤ, ਪਾਣੀ ਲਾਇਆ ਹੋਇਆ ਇਹਨਾਂ ਨੂੰ। ਸੂਰਜ ਸੁਤਾ ਤੀਰ ਪਰ ਸੋਹੈ। ਸਤਿਗੁਰੂ ਜੀ ਜਮਨਾ ਦੇ ਕਿਨਾਰੇ ਉੱਤੇ ਸ਼ੋਭਾ ਪਾ ਰਹੇ ਹਨ। ਨਾਨਾ ਬਿਦ ਫਲ ਫੂਲਣ ਸੋਹੈ। ਅਨੇਕਾਂ ਪ੍ਰਕਾਰ ਦੇ ਫਲ ਅਤੇ ਫੁੱਲ ਜਿਹੜੇ ਸਤਿਗੁਰੂ ਜੀ ਦੇਖ ਰਹੇ ਆ ਸ਼ੋਭਾ ਪਾਉਣ ਵਾਲੇ। ਸੁਖਤ ਸਗਨ ਛਾਇਆ ਰਮਨੀਕਾ। ਔਰ ਇਹਨਾਂ ਦੀ ਬਹੁਤ ਸੰਘਣੀ ਤੇ ਸੁੱਖ ਦੇਣ ਵਾਲੀ ਛਾਇਆ ਹੈ, ਬੜੀ ਰਮਣੀਕ ਬੜੀ ਸੁੰਦਰ ਛਾਂ ਹੈ। ਕਰੈ ਭਰੇ ਹੁਰ ਸਾਮਨ ਜੀਕਾ। ਸਤਿਗੁਰੂ ਜੀ ਬਹੁਤ ਭਲੇ ਚੰਗੇ ਤਰੀਕੇ ਦੇ ਨਾਲ ਆਪਣੇ ਜੀ ਦਾ ਹੁਲਾਸ ਕਰ ਰਹੇ ਆ, ਆਪਣੇ ਮਨ ਨੂੰ ਪ੍ਰਚਾਰ ਰਹੇ ਹਨ। ਸ੍ਰੀ ਪ੍ਰਭ ਮੰਦਰ ਮੈਂ ਕੈ ਛਾਇਆ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਬਾਅਦ ਵਿੱਚ ਛਾਵੇਂ ਉਹ ਜਿਹੜਾ ਬਾਗ ਦੇ ਵਿੱਚ ਘਰ ਬਣਿਆ ਹੋਇਆ ਸੀ ਉਹਦੇ ਅੰਦਰ ਚਲੇ ਗਏ। ਬੈਠ ਬਿਰਾਜੈ ਸਮੋ ਬਤਾਇਆ। ਉਹਦੇ ਅੰਦਰ ਬੈਠ ਕੇ ਬਿਰਾਜਮਾਨ ਹੋਏ, ਸਮਾਂ ਬਤੀਤ ਕੀਤਾ। ਨਗਰ ਆਗਰੇ ਸੰਗਤ ਭਾਰੀ। ਆਗਰੇ ਨਗਰ ਦੀ ਬਹੁਤ ਭਾਰੀ ਗਿਣਤੀ ਵਿੱਚ ਸੰਗਤ ਚੱਲ ਕੇ ਆਈ। ਦਰਸੈ ਧਰੈ ਅਗੋਰ ਗਾਰੀ। ਸਤਿਗੁਰੂ ਜੀ ਦੇ ਦਰਸ਼ਨ ਕਰਦੀ ਆ ਕੇ ਸਤਿਗੁਰੂ ਜੀ ਦੇ ਅੱਗੇ ਭੇਟਾਵਾਂ ਧਰਦੇ ਹਨ। ਏਕ ਸਿੱਖ ਝੜੀਆ ਸੁਨਿਆਰਾ। ਉਹਨਾਂ ਦੇ ਵਿੱਚ ਇੱਕ ਸਿੱਖ ਹੈ ਸੁਨਿਆਰਾ ਸਿੱਖ ਜਿਹਦਾ ਨਾਮ ਭਾਈ ਜੜੀਆ ਹੈ। ਚਤਰਕਾਰ ਮੈਂ ਧਨੀ ਉਦਾਰਾ। ਸੋ ਆਪਣੇ ਕੰਮ ਕਾਜ ਦੇ ਵਿੱਚ ਬੜਾ ਇਹ ਚੁਸਤ ਦਰੁਸਤ ਹੈ, ਬੜਾ ਚਤਰ ਹੈ ਔਰ ਬਹੁਤ ਧਨੀ ਹੈ, ਬਹੁਤ ਮਾਇਆ ਵਾਲਾ ਮਾਇਆਵਾਨ ਹੈ। ਜੁਦ ਪਰਿਵਾਰ ਦਰ ਸੁਖ ਆਇਓ। ਇਹ ਵੀ ਪਰਿਵਾਰ ਦੇ ਸਮੇਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ, ਕਿਉਂਕਿ ਆਗਰੇ ਦੇ ਵਿੱਚ ਪਹਿਲਾਂ ਭਾਈ ਗੁਰਦਾਸ ਜੀ ਕਥਾ ਕਰਿਆ ਕਰਦੇ। ਬਹੁਤ ਗੁਰਸਿੱਖੀ ਦਾ ਪ੍ਰਚਾਰ ਭਾਈ ਗੁਰਦਾਸ ਜੀ ਨੇ ਕੀਤਾ, ਜਿਸ ਕਰਕੇ ਗੁਰੂ ਘਰ ਦੀ ਸੰਗਤ ਪਹਿਲਾਂ ਤੋਂ ਬਹੁਤ ਜੁੜੀ ਹੋਈ ਸੀ। ਸਤਿਗੁਰੂ ਜੀ ਦਾ ਆਉਣਾ ਸੁਣ ਕੇ ਇਸ ਪ੍ਰਕਾਰ ਬਹੁਤ ਸਾਰੀਆਂ ਸੰਗਤਾਂ ਆਈਆਂ। ਭਾਈ ਜੜੀਆ ਵੀ ਪਰਿਵਾਰ ਦੇ ਸਮੇਤ ਆਇਆ। ਇਹਨੇ ਵੀ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਚਰਨਾਂ ਕਮਲਾਂ ਤੇ ਸੀਸ ਰੱਖਿਆ। ਚਰਨ ਕਮਲ ਪਰ ਸੀਸ ਨਵਾਇਓ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ। ਲਗੇ ਪਾਇਨ ਕੇ ਅੰਬਾਰ। ਸਤਿਗੁਰੂ ਜੀ ਦੇ ਅੱਗੇ ਸੰਗਤਾਂ ਵੱਲੋਂ ਕੀਤੀਆਂ ਭੇਟਾਵਾਂ ਦੇ ਅੰਬਾਰ ਲਾਗੇ ਢੇਰ ਲੱਗ ਗਏ। ਅਰਪਤ ਗੁਰ ਕੋ ਦਰਸਨਹਾਰ। ਸਤਿਗੁਰੂ ਜੀ ਨੂੰ ਅਰਪਣ ਕਰ ਕਰਕੇ ਭੇਟਾਵਾਂ ਰੱਖ ਰੱਖ ਕੇ ਸੰਗਤਾਂ ਦਰਸ਼ਨ ਕਰਦੀਆਂ ਹਨ। ਕਿਰਪਾ ਦ੍ਰਿੜ ਤੇ ਖੁਸ਼ੀ ਕਰੀ ਜਬ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਕਿਰਪਾ ਦ੍ਰਿਸ਼ਟੀ ਦੇ ਨਾਲ, ਮਿਹਰ ਦੀ ਨਜ਼ਰ ਦੇ ਨਾਲ ਦੇਖ ਕੇ ਸਾਰਿਆਂ ਨੂੰ ਖੁਸ਼ੀਆਂ ਬਖਸ਼ਦੇ ਹਨ। ਸੰਗਤ ਗਮਨੀ ਨਿਜ ਨਿਜ ਕਰ ਤਬ।
ਸਤਿਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਸੰਗਤ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਈ। ਅੱਗੇ ਹੋਰ ਅੱਗੇ ਅਗਲਾ ਅੰਸ਼ੂ ਸ਼ੁਰੂ ਹੋਣਾ ਹੈ। ਦੋਹਰਾ ਸਿੱਖ ਸੰਗਤ ਗਨ ਸੰਗੀ ਲੈ। ਇਸ ਪ੍ਰਕਾਰ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਨਾਮ ਨਿਤ ਖੱਤਰੀ ਇੱਕ ਨੌਨਿਧ ਨਾਮ ਦਾ ਖੱਤਰੀ ਜਾਤੀ ਦਾ ਮਨੁੱਖ ਆਇਆ। ਭੰਡਾਰੀ ਸੰਗਿਆ ਕਹੈ। ਇਸ ਦੀ ਸੰਗਿਆ, ਇਸ ਦਾ ਗੋਤ, ਇਹਦਾ ਸਰਨੇਮ ਜਿਹੜਾ ਭੰਡਾਰੀ ਆਖਿਆ ਜਾਂਦਾ ਸੀ। ਕੀਤਕ ਸਹਿਤ ਵਿਵੇਕ। ਔਰ ਇਸ ਨੇ ਬਹੁਤ ਸਾਰੀਆਂ ਧਰਮ ਪੁਸਤਕਾਂ ਪੜ੍ਹੀਆਂ ਹੋਈਆਂ ਸਨ, ਇਸ ਕਰਕੇ ਵਿਵੇਕ ਵਿਚਾਰ ਦੇ ਸਹਿਤ ਗਿਆਨਵਾਨ ਸੀ ਇਹ। ਤੋ ਭਈ ਸਤਿਗੁਰ ਕੇ ਦਰਸ਼ਨ ਹਿਤ ਆਇਓ। ਇਹ ਨੌਨਿਧ ਨਾਂ ਦਾ ਜਿਹੜਾ ਸਿੱਖ ਹੈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਧਾਰੇ ਕੋਲ ਪਦ ਸੀਸ ਨਵਾਇਓ। ਨੌਨਿਧ ਨੇ ਸਤਿਗੁਰੂ ਜੀ ਦੇ ਅੱਗੇ ਭੇਟਾਵਾਂ ਰੱਖ ਕੇ ਸਤਿਗੁਰੂ ਜੀ ਨੂੰ ਸੀਸ ਨਵਾਇਆ, ਨਮਸਕਾਰ ਕੀਤੀ। ਸਾਨੁਗ ਬੈਠ ਆਨੰਦ ਬਿਲੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠ ਕੇ ਬੜਾ ਪ੍ਰਸੰਨ ਹੋਇਆ। ਪੂਜੇ ਗੁਰੂ ਬੰਦ ਕਰ ਬੰਦੀ। ਦੋਵੇਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ, ਸ੍ਰੀ ਪ੍ਰਭੂ ਜੀ ਤੁਮ ਪੰਥ ਚਲਾਇਓ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੇ ਆ ਖਾਲਸਾ ਪੰਥ ਚਲਾਇਆ ਹੈ। ਬਾਣਾ ਰਚਿਓ ਕੇਸ਼ ਰਖਵਾਇਓ। ਆਪ ਜੀ ਨੇ ਆ ਕੀ ਸੋਹਣਾ ਇਹਨਾਂ ਨੂੰ ਬਾਣਾ ਬਖਸ਼ਿਆ, ਕਿੰਨਾ ਸੋਹਣਾ ਬਾਣਾ ਰਚਿਆ ਇਹਨਾਂ ਦਾ। ਸਿਰ ਦੇ ਉੱਤੇ ਇਹਨਾਂ ਦੇ ਕੇਸ ਰਖਵਾਏ ਆ। ਸਾਬਤ ਸੂਰਤ ਆ ਸਾਰਾ ਤੁਹਾਡਾ ਖਾਲਸਾ ਪੰਥ। ਗਾਤਰੇ ਇਹਨਾਂ ਦੇ ਕਿਰਪਾਨਾਂ ਪਹਿਨੀਆਂ, 5 ਕਕਾਰਾਂ ਦੇ ਧਾਰਨੀ ਹਨ। ਸਿਰਾਂ ਦੇ ਉੱਤੇ ਸੁੰਦਰ ਦਸਤਾਰਾਂ ਸੋਭਦੀਆਂ, ਸਰਦਾਰੀਆਂ ਇਹਨਾਂ ਨੂੰ ਆਪ ਜੀ ਨੇ ਬਖਸ਼ੀਆਂ। ਗੁਰੂ ਕਿਸ ਕਾਰਨ ਤਨਿਨੋ ਰਖਾਵੋ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਦੱਸੋ ਕਿ ਕਿਸ ਕਾਰਨ ਕਰਕੇ ਆਪ ਜੀ ਨੇ ਇਹਨਾਂ ਦੇ ਕੇਸ ਰਖਾਏ ਹਨ। ਸੁਣ ਸ੍ਰੀ ਮੁਖ ਪਰਮਾਵਨ ਕਰਿਓ। ਉਸ ਵੇਲੇ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸੁੰਦਰ ਮੁਖਾਰਬਿੰਦ ਤੋਂ ਫਰਮਾਉਣ ਲੱਗੇ, ਤੁਮ ਤੋ ਸਾਤਰ ਬਹੁਤ ਵਿਚਰਿਓ। ਕਹਿਣ ਲੱਗੇ, ਨੌਨਿਧੇ ਤੈਂ ਤਾਂ ਬਹੁਤ ਸ਼ਾਸਤਰ ਪੜ੍ਹੇ ਐ, ਬਹੁਤ ਧਰਮ ਕਿਤਾਬਾਂ ਦਾ ਅਧਿਐਨ ਕੀਤਾ ਹੈ ਤੈਂ। ਪੜਨ ਸ਼੍ਰਵਣ ਮੈਂ ਬੈਸ ਬਤਾਈ। ਔਰ ਪੜ੍ਹਨ ਸੁਣਨ ਦੇ ਵਿੱਚ ਤੂੰ ਆਪਣੀ ਉਮਰ ਬਤੀਤ ਕੀਤੀ ਹੈ। ਇਹ ਗਤ ਰੱਖੀ ਕੇ ਨਾ ਤੁਮ ਪਾਈ। ਕਹਿੰਦੇ ਤੂੰ ਹਾਲੇ ਤੱਕ ਇਹ ਗੱਲ ਜਾਣੀ ਨਹੀਂ ਵੀ ਕੇਸ ਕਿਉਂ ਰੱਖੇ ਜਾਂਦੇ ਐ, ਜਾਂ ਕਹਿੰਦੇ ਤੈਨੂੰ ਲੱਭੀ ਨਹੀਂ, ਕਿਤੇ ਤੈਨੂੰ ਪ੍ਰਾਪਤੀ ਨਹੀਂ ਹੋਈ ਧਰਮ ਗ੍ਰੰਥਾਂ ਦੇ ਵਿੱਚ, ਤੇਰੀ ਨਿਗਾਹ ਹੀ ਨਹੀਂ ਚੜੀ ਇਹ ਗੱਲ ਵੀ ਕੇਸ ਕਿਉਂ ਰੱਖੇ ਜਾਂਦੇ ਆ। ਤੈਨੂੰ ਤਾਂ ਸਭ ਪਤਾ ਹੀ ਹੈ। ਧਰਮ ਰਖਣ ਕੇ ਸਾਧਕ ਭਲੀ। ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਧਰਮ ਨੂੰ ਧਾਰਨ ਕਰਦਾ ਉਹਦੇ ਵਾਸਤੇ ਕਹਿੰਦੇ ਕੇਸ ਰੱਖਣੇ ਭਲੇ ਐ, ਕੇਸ ਰੱਖਣੇ ਚੰਗੇ ਹਨ। ਸੁਨਕਾਦਕ ਤੇ ਆਵ ਤੁਛਲੀ। ਬ੍ਰਹਮਾ ਦੇ ਜਿਹੜੇ ਪੁੱਤਰ ਐ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਆਦਿਕ, ਕਹਿੰਦੇ ਉਹਨਾਂ ਤੋਂ ਕਹਿੰਦੇ ਇਹ ਮਰਿਆਦਾ ਚੱਲੀ ਹੋਈ ਆ, ਉਹਨਾਂ ਤੋਂ ਲੈ ਕੇ ਸਾਰੇ ਹੀ ਕਹਿੰਦੇ ਕੇਸ ਰੱਖਦੇ ਹਨ। ਭਾਰਤ ਖੰਡ ਵਿਖੇ ਸ਼ੁਭ ਦੇਸ਼। ਔਰ ਜਿਹੜਾ ਇਹ ਸ਼ੁਭ ਦੇਸ਼ ਚੰਗਾ ਦੇਸ਼ ਹੈ ਭਾਰਤ, ਕੇਸ ਰੱਖਣ ਧਰਮ ਵਿਸ਼ੇਸ਼। ਇੱਥੇ ਧਰਮ ਨੂੰ ਧਾਰਨ ਕਰਨ ਦੇ ਲਈ ਵਿਸ਼ੇਸ਼ ਕਰਕੇ ਕੇਸ ਰੱਖੇ ਜਾਂਦੇ ਹਨ। ਸੁਣ ਕੇ ਨਾਮਿਤ ਪੌਰ ਬਖਾਨਾ। ਨੌਨਿਧ ਸੁਣ ਕੇ ਸਤਿਗੁਰੂ ਜੀ ਦੇ ਇਹ ਬਚਨ ਫੇਰ ਕਹਿਣ ਲੱਗਾ, ਆਪ ਕਹੋ ਸਭ ਸਾਜ ਪ੍ਰਮਾਨਾ। ਕਹਿੰਦਾ ਮਹਾਰਾਜ ਆਪ ਜੀ ਨੇ ਜਿਹੜੇ ਇਹ ਧਰਮ ਗ੍ਰੰਥਾਂ ਦੇ ਪ੍ਰਮਾਣ ਦਿੱਤੇ ਆ, ਉਦਾਹਰਨਾਂ ਦਿੱਤੀਆਂ, ਇਹ ਤਾਂ ਬਿਲਕੁਲ ਸੱਚ ਹਨ। ਪ੍ਰਥਮ ਕੇਸ ਧਾਰੀ ਸਭ ਕੋਈ। ਕਿਉਂਕਿ ਪਹਿਲਾਂ ਸਾਰੇ ਹੀ ਕੇਸਾਧਾਰੀ ਹੁੰਦੇ ਸਨ। ਆਪ ਤੋ ਸਮਾਰਿਓ ਨਾ ਕੋ ਸੋਈ। ਪਰ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਾਂ ਉਹ ਸਮਾਂ ਨਹੀਂ ਰਿਹਾ। ਸ੍ਰੀ ਗੁਰ ਭਨਿਓ ਸਮਾ ਕਿਆ ਕਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਮਾਂ ਕੀ ਕਹਿੰਦਾ, ਹੁਣ ਵੀ ਸਮਾਂ ਉਹੇ ਜਿਹਾ ਹੀ ਹੈ। ਹੁਣ ਸਮੇਂ ਨੂੰ ਕੀ ਹੋਇਆ ਹੈ। ਸੋ ਰਬ ਸੋ ਸਸ ਸੋ ਜਲ ਹੈ। ਕਹਿੰਦੇ ਉਹੀ ਸੂਰਜ ਹੈ ਹੁਣ ਜਿਹੜਾ ਪਹਿਲੇ ਸਮੇਂ ਵਿੱਚ ਹੁੰਦਾ ਸੀ, ਉਹੀ ਚੰਦਰਮਾ ਹੈ, ਉਸੇ ਪ੍ਰਕਾਰ ਦਾ ਹੀ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਲ ਹੈ। ਗੁਰਬਾਣੀ ਦਾ ਪ੍ਰਮਾਣ ਹੈ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤਰ ਹੈ। ਉਹੀ ਤਾਰੇ ਚੜ੍ਹਦੇ ਆ ਆਕਾਸ਼ ਦੇ ਵਿੱਚ, ਉਹੀ ਦਿਨੀਅਰ ਸੂਰਜ ਤਪਦਾ।
ਕਹਿੰਦੇ ਭਾਈ ਸਮੇਂ ਨੂੰ ਕੀ ਹੋਇਆ, ਸਮਾਂ ਤਾਂ ਉਹੋ ਜਿਹਾ ਹੀ ਹੈ। ਸਮਾਂ ਕੀ ਕਹਿੰਦਾ ਹੈ, ਵਾਯੂ ਬੰਨੀ ਬਸਦਾ ਹੋਈ। ਉਹੀ ਹਵਾ ਚੱਲਦੀ ਹੈ, ਉਹੇ ਜਿਹੀ ਹੀ ਅੱਗ ਹੈ, ਉਹੇ ਜਿਹੀ ਹੀ ਧਰਤੀ ਹੈ। ਦੋਸ਼ ਸਮੈ ਕੋ ਕਿਆ ਕਹਿ ਕੋਈ। ਫਿਰ ਕਹਿੰਦੇ ਭਾਈ ਸਮੇਂ ਨੂੰ ਦੋਸ਼ ਕਾਹਦੇ ਵਾਸਤੇ ਦੇਣਾ ਹੈ, ਆਪਣੇ ਆਪ ਕੋ ਦੋਸ਼ ਲਖੀਜੈ। ਕਹਿੰਦੇ ਹਰੇਕ ਕੋਈ ਸਮੇਂ ਨੂੰ ਦੋਸ਼ ਦੇ ਹੀ ਜਾਂਦਾ ਜੀ, ਸਮਾਂ ਮਾੜਾ ਸਮਾਂ ਮਾੜਾ। ਪਰ ਕਹਿੰਦੇ ਆਪਣੇ ਆਪ ਦੇ ਦੋਸ਼ ਨੂੰ ਕੋਈ, ਆਪਣੇ ਵਿੱਚ ਜਿਹੜੇ ਗੁਨਾਹ, ਆਪਣੇ ਵਿੱਚ ਘਾਟਾਂ, ਇਹਨਾਂ ਨੂੰ ਕੋਈ ਨਹੀਂ ਲਖਦਾ, ਇਹਨਾਂ ਨੂੰ ਕੋਈ ਨਹੀਂ ਜਾਣਦਾ। ਰਾਖੇ ਜਾਏ ਨਾ ਸਾਧ ਭੀਜੈ। ਸਤਿਗੁਰੂ ਜੀ ਕਹਿੰਦੇ ਸਮੇਂ ਦਾ ਕੋਈ ਕਸੂਰ ਨਹੀਂ। ਕਹਿੰਦੇ ਸੱਚੀ ਗੱਲ ਤਾਂ ਇਹ ਕਹਿ ਤੂੰ ਵੀ ਹੁਣ ਦੇ ਸਮੇਂ ਵਿੱਚ ਕੋਈ ਕੇਸ ਰੱਖ ਕੇ ਰਾਜੀ ਨਹੀਂ, ਕਿਸੇ ਕੋਲੋਂ ਕੇਸ ਰੱਖੇ ਨਹੀਂ ਜਾਂਦੇ। ਕੇਸ ਰੱਖਣ ਕੀ ਸਮਰੱਥ ਹੀ ਨੇ। ਕੇਸ ਰੱਖਣ ਦੇ ਸਮਰੱਥ ਨਹੀਂ, ਹੀਣੇ ਆ ਲੋਕ, ਇਹਨਾਂ ਵਿੱਚ ਸ਼ਕਤੀ ਨਹੀਂ। ਐਵੇਂ ਬਹਾਨੇ ਲਾਉਂਦੇ ਆ। ਕੋਈ ਕਹਿੰਦਾ ਜੀ ਸਿਰ ਦੁਖਣ ਲੱਗ ਪੈਂਦਾ ਕੇਸ ਰੱਖਣ ਨਾਲ, ਕੋਈ ਕਹਿੰਦਾ ਜੀ ਕੇਸੀ ਨਹਾਉਣਾ ਬੜਾ ਔਖਾ। ਇਸ ਕਰਕੇ ਇਹ ਸਾਰੀਆਂ ਬਹਾਨੇ ਬਾਜ਼ੀਆਂ ਸਤਿਗੁਰੂ ਜੀ ਕਹਿੰਦੇ। ਦੋਸ਼ ਸਮੇਂ ਪਰ ਕਲਪਨਾ ਕੀਨੀ। ਕਹਿੰਦੇ ਘਾਟ ਆਪਣੇ ਵਿੱਚ ਹੈ ਤੇ ਦੋਸ਼ ਜਿਹੜੇ ਸਮੇਂ ਨੂੰ ਦੇ ਦਿੰਦੇ ਆ। ਸਮੇਂ ਦੇ ਵਿੱਚ ਦੋਸ਼ ਕਲਪਨਾ ਕਰਦੇ ਆ ਆਪਾਂ ਲੋਕ। ਅੱਜ ਦੇ ਸਮੇਂ ਵਿੱਚ ਵੀ ਖਾਲਸਾ ਜੀ ਇਹੀ ਗੱਲ ਆ ਨਾ, ਜੇ ਕਿਸੇ ਨੂੰ ਕਹੋ ਗੁਰੂ ਦੀ ਸਿੱਖੀ ਧਾਰਨ ਕਰ ਲਾ, ਕੇਸ ਰੱਖ ਲਾ, ਨਹੀਂ ਜੀ ਹੁਣ ਸਮਾਂ ਉਹ ਨਹੀਂ ਰਿਹਾ, ਸਮਾਂ ਹੀ ਇਹੋ ਜਿਹਾ ਆ ਗਿਆ। ਵੀ ਸਮਾਂ ਕਿਹੋ ਜਿਹਾ ਆ ਗਿਆ ਭਾਈ, ਸਮਾਂ ਤਾਂ ਉਹੋ ਜਿਹਾ ਹੀ ਹੈ ਜਿਹੋ ਜਿਹਾ ਪਹਿਲਾਂ ਚੱਲਦਾ ਸੀ। ਉਹੀ 24 ਘੰਟੇ ਦਿਨ ਰਾਤ ਦੇ ਪਹਿਲਾਂ ਮਿਲਦੇ ਸੀ, ਉਹੀ ਹੁਣ ਮਿਲਦੇ ਆ। ਉਹੀ ਸੂਰਜ ਪਹਿਲਾਂ ਸੀ, ਉਹੀ ਹੁਣ ਹੈ। ਉਹੀ ਧਰਤੀ ਪਹਿਲਾਂ ਸੀ, ਉਹੀ ਹੁਣ ਹੈ। ਸਮੇਂ ਨੂੰ ਕੀ ਹੋਇਆ, ਸਮੇਂ ਨੂੰ ਕੁਝ ਨਹੀਂ ਹੋਇਆ। ਜੇ ਹੋਇਆ ਤਾਂ ਆਪਣੀ ਮੱਤ ਨੂੰ ਹੋਇਆ ਜੋ ਕੁਝ ਹੋਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਦੋਸ਼ਾਂ ਨੂੰ ਨਹੀਂ ਕੋਈ ਵੀ ਦੇਖਦਾ, ਸਮੇਂ ਦੇ ਵਿੱਚ ਦੋਸ਼ ਕਲਪਦੇ ਹਨ ਲੋਕ। ਨਾਮ ਨਿਤ ਸੁਣੋ ਅਗਲੇ ਪ੍ਰਸੰਗ। ਹੇ ਨੌ ਨਿਧਿਆ, ਕਹਿੰਦੇ ਅਗਲਾ ਪ੍ਰਸੰਗ ਸੁਣ। ਜਦ ਹਮ ਕਰਿਓ ਮੁਕਤ ਸਰ ਜੰਗ। ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਖਿਦਰਾਣੇ ਦੀ ਢਾਬ ਦੇ ਉੱਤੇ ਮੁਕਤਸਰ ਸਾਹਿਬ ਵਿਖੇ ਆ ਵਜ਼ੀਰ ਖਾਨ ਦੇ ਨਾਲ ਜੰਗ ਕੀਤਾ ਹੈ, ਸੂਬੇ ਸਰਹੰਦ ਨਾਲ। ਹੁਣ ਚੱਲ ਗਏ ਜਹਾਨ ਵਹੀ। ਜੰਗ ਤੋਂ ਬਾਅਦ ਵਜ਼ੀਰ ਖਾਨ ਨੂੰ ਭਜਾ ਕੇ ਮੈਦਾਨੇ ਜੰਗ ਦੇ ਵਿੱਚੋਂ ਹਰਾ ਕੇ ਫਿਰ ਕਹਿੰਦੇ ਅਸੀਂ ਚੱਲ ਕੇ ਉੱਥੇ ਗਏ ਜਿੱਥੇ ਨਦੀ ਵਹਿੰਦੀ ਸੀ। ਨਿਕਟ ਕਸੂਰਪੁਰੀ ਜਬਰਈ। ਜਗ੍ਹਾ ਦਾ ਨਿਸ਼ਾਨਦੇਹੀ ਵੀ ਸਤਿਗੁਰੂ ਜੀ ਕਰਦੇ ਆ। ਕਹਿੰਦੇ ਇਹ ਨਦੀ ਉੱਥੇ ਵਗਦੀ ਸੀ ਜਿੱਥੇ ਕਹਿੰਦੇ ਨੇੜੇ ਹੀ ਕਸੂਰ ਨਗਰ ਹੈ। ਉਤੋਂ ਸੈਨ ਖਾਨ ਤੈ ਮਾਲਕੀ। ਉੱਥੋਂ ਦਾ ਕਹਿੰਦੇ ਮਾਲਕ ਉਸ ਇਲਾਕੇ ਦਾ ਹੁਸੈਨ ਖਾਨ ਨਾਂ ਦਾ ਆਦਮੀ ਸੀ। ਪਹੁੰਚਨ ਹਮਰੇ ਸੁਨ ਤਤਕਾਲ ਕੀ। ਜਿਸ ਵੇਲੇ ਉਹਨੇ ਸਾਡਾ ਪਹੁੰਚਣਾ ਸੁਣਿਆ ਉਸੇ ਵੇਲੇ ਯਾਰ ਮੁਹੰਮਦ ਪਠਿਓ ਵਕੀਲ। ਉਸ ਨੇ ਆਪਣਾ ਇੱਕ ਵਕੀਲ, ਆਪਣਾ ਇੱਕ ਦੂਤ ਯਾਰ ਮੁਹੰਮਦ ਸਾਡੇ ਕੋਲ ਭੇਜਿਆ। ਨਿਕਟ ਹਮਾਰੀ ਆਈ ਸੁਸ਼ੀਲ। ਉਹ ਸਾਡੇ ਕੋਲ ਆਇਆ, ਬੜੇ ਅਸੀਲ ਸੁਭਾਅ ਵਾਲਾ, ਨਰਮ ਸੁਭਾਅ ਵਾਲਾ ਸੀ। ਇਸ ਪਠਾਨ ਕੋ ਖਤ ਗੁਜਰਾਨੀਆਂ। ਉਹ ਜਿਹੜਾ ਪਠਾਨ ਸੀ ਸੋ ਉਸ ਨੂੰ ਇੱਕ ਚਿੱਠੀ ਦੇ ਕੇ ਭੇਜਿਆ ਸੀ। ਉਹ ਚਿੱਠੀ ਲੈ ਕੇ ਸਾਡੇ ਕੋਲ ਆਇਆ। ਮੀਲ ਕਪਟ ਕੋ ਚਾਹ ਪਠਾਨੀਆਂ। ਉਹ ਜਿਹੜਾ ਚਿੱਠੀ ਦੇ ਮੁਤਾਬਕ ਇਹ ਜਿਹੜਾ ਖਾਨ ਸੀ ਨਾ, ਉਹ ਸਾਡੇ ਨਾਲ ਮੇਲ ਮਿਲਾਪ ਕਰਨਾ ਚਾਹੁੰਦਾ ਸੀ, ਪਰ ਅੰਦਰ ਇਸ ਦੇ ਕਪਟ ਸੀ। ਕਪਟ ਭਰਿਆ, ਛਲ ਭਰੇ ਨੀਤੀ ਦੇ ਨਾਲ ਇਹ ਸਾਡੇ ਨਾਲ ਮੇਲ ਕਰਨਾ ਚਾਹੁੰਦਾ ਸੀ। ਅੰਤਰਗਤੀ ਜਸੂਸੀ ਔਰ। ਪਰ ਅੰਤਰਗਤੀ ਇਹਨੇ ਸਾਡੇ ਕੋਲ ਆਪਣਾ ਵਕੀਲ ਜਿਹੜਾ ਇਹ ਜਸੂਸੀ ਕਰਨ ਵਾਸਤੇ, CID ਵਾਸਤੇ ਭੇਜਿਆ ਸੀ। ਸੁਧ ਕੇ ਹਿਤ ਪਹੁੰਚੋ ਤੇ ਠੌਰ। ਇਹ ਤਾਂ ਖਬਰਸਾਰ ਲੈਣ ਵਾਸਤੇ ਭੇਜਿਆ, ਪਹੁੰਚਿਆ ਸਾਡੇ ਕੋਲੇ ਉਹਦਾ ਵਕੀਲ। ਇਸ ਪ੍ਰਕਾਰ ਹਮ ਜਾਣਿਓ ਪਾਜੀ। ਇਸ ਪ੍ਰਕਾਰ ਕਹਿੰਦੇ ਜਦੋਂ ਅਸੀਂ ਉਹਦਾ ਪਾਜ ਜਾਣ ਗਏ, ਉਹਦਾ ਭੇਦ ਅਸੀਂ ਜਾਣ ਲਿਆ। ਕਹਿਓ ਵਕਾਲਤ ਕੋ ਕਿਆ ਕਾਜ। ਅਸੀਂ ਆਖਿਆ ਭਾਈ ਅਸੀਂ ਕਿਹੜਾ ਇੱਥੇ ਕੋਈ ਵਕਾਲਤ ਕਰਾਉਣੀ ਹੈ, ਇੱਥੇ ਵਕੀਲ ਦਾ ਕੀ ਕੰਮ ਹੈ ਸਾਡੇ ਕੋਲ। ਰਹਿਣਾ ਹਮਾਰੇ ਨਿਕਟ ਵਿਅਰਥ। ਸਾਡੇ ਕੋਲ ਰਹਿਣਾ ਭਾਈ ਵਕੀਲ ਤੇਰਾ ਵਿਅਰਥ ਹੈ। ਪੁਰਬ ਕਾ ਆਪਣਾ ਅਰਥ। ਕਹਿੰਦੇ ਹਾਂ, ਕਹਿੰਦੇ ਤੂੰ ਆਪਣੇ ਅਰਥ ਆਇਆ, ਆਪਣੇ ਕੰਮ ਵਾਸਤੇ ਆਇਆ, ਪੂਰਾ ਕਰਨ ਵਾਸਤੇ। ਬਾਤ ਯਥਾਰਥ ਹੈ ਸਰੀਤ। ਸਤਿਗੁਰੂ ਜੀ ਕਹਿੰਦੇ ਇਸ ਰੀਤ, ਇਸ ਤਰੀਕੇ ਇਹ ਗੱਲ ਬਿਲਕੁਲ ਯਥਾਰਥ ਹੈ, ਸੱਚੀ ਹੈ। ਰਹੋ ਰਹਿਣੇ ਭਾਵਤ ਜੀਤ। ਸਤਿਗੁਰੂ ਜੀ ਕਹਿੰਦੇ ਸਾਨੂੰ ਸਭ ਕੁਝ ਪਤਾ ਲੱਗ ਗਿਆ ਤੂੰ ਕਿਹੜੇ ਕੰਮ ਵਾਸਤੇ, ਆਪਣੇ ਵਾਸਤੇ ਆਇਆ ਹੈ, ਪਰ ਕਹਿੰਦੇ ਤੇਰਾ ਇਸ ਤਰ੍ਹਾਂ ਰਹਿਣਾ, ਸਾਡੀ ਜਾਸੂਸੀ ਕਰਨੀ, ਇਹ ਤਾਂ ਵਿਅਰਥ ਹੈ। ਕਹਿੰਦੇ ਬਾਕੀ ਭਾਈ ਜੇ ਤੇਰੇ ਮਨ ਨੂੰ ਭਾਉਂਦਾ, ਜੇ ਤੇਰੇ ਚਿੱਤ ਨੂੰ ਚੰਗਾ ਲੱਗਦਾ ਤਾਂ ਫਿਰ ਤੂੰ ਇੱਥੇ ਰਹਿ ਵੀ ਸਕਦਾ ਹੈ। ਸੁਣ ਕਰ ਹਮ ਤੇ ਸੋ ਰਹਿ ਗਇਓ।
ਸਾਡੇ ਕੋਲੋਂ ਆ ਗੱਲ ਸੁਣ ਕੇ ਕਹਿੰਦੇ ਉਹ ਵਕੀਲ ਸੀ ਜਿਹੜਾ ਉਹ ਸਾਡੇ ਕੋਲੇ ਰਹਿ ਗਿਆ। ਇੱਕ ਦਿਨ ਮਜਲਿਸ ਮੈਂ ਥਿਰ ਭਇਓ। ਇੱਕ ਦਿਨ ਸਭਾ ਲੱਗੀ ਹੋਈ, ਦਰਬਾਰ ਲੱਗਿਆ ਹੋਇਆ, ਇਹ ਵੀ ਆ ਕੇ ਬੈਠ ਗਿਆ। ਬੋਲਿਓ ਨਿਰਣੇ ਸੁਣਵੇ ਕਾਜੂ। ਉਸ ਵੇਲੇ ਇਹ ਸਾਡੇ ਤੋਂ ਬਚਨ ਸੁਣਨ ਵਾਸਤੇ, ਇਹ ਨਿਰਣਾ ਸੁਣਨ ਵਾਸਤੇ ਦੇਹੋ ਬਤਾਏ ਗਰੀਬ ਨਵਾਜੂ। ਇਹ ਬੋਲ ਕੇ ਪੁੱਛਣ ਲੱਗਾ, ਮਹਾਰਾਜ ਆਪ ਜੀ ਗਰੀਬਾਂ ਨੂੰ ਨਵਾਜਣ ਵਾਲੇ, ਗਰੀਬਾਂ ਨੂੰ ਉੱਚਾ ਚੁੱਕਣ ਵਾਲੇ ਹੋ, ਮੇਰੇ ਇਸ ਸਵਾਲ ਦਾ ਜਵਾਬ ਦਿਓ। ਉਹਦੇ ਅਗਰ ਪੀ ਸਿੱਖਾਂ ਕੇਸ਼। ਇਹ ਨੌਨਿਤੇ ਜਿਹੜਾ ਸਵਾਲ ਤੈਅ ਕੀਤਾ ਸੀ ਉਹੀ ਉਸ ਵਕੀਲ ਨੇ ਕੀਤਾ। ਕਹਿੰਦਾ ਮਹਾਰਾਜ ਪਹਿਲਾਂ ਵਾਲੇ ਸਮੇਂ ਵਿੱਚ ਜਿਹੜੇ ਸਿੱਖਾਂ ਦੇ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੀ, ਸੋ ਕੀ ਉਹਨਾਂ ਦੇ ਵੇਲੇ ਵਿੱਚ ਵੀ ਸਿੱਖ ਕੇਸ ਰੱਖਦੇ ਸਨ? ਕੈਬ ਕੇ ਰਖੇ ਸੁਬੇਸ਼। ਜਾਂ ਮਹਾਰਾਜ ਤੁਸੀਂ ਹੀ ਹੁਣ ਇਹਨਾਂ ਨੂੰ ਇਸ ਤਰ੍ਹਾਂ ਦੀ ਵੇਸ਼ ਭੂਸ਼ਾ ਦਿੱਤੀ ਹੈ, ਹੁਣੇ ਤੁਸੀਂ ਇਹਨਾਂ ਦੇ ਕੇਸ ਰਖਾਏ ਹਨ। ਸੋ ਕਰ ਸੁਣ ਕਰ ਹਮਨੇ ਸੋ ਸਮਝਾਇਓ। ਕਹਿੰਦੇ ਉਸ ਵੇਲੇ ਉਹਦੀ ਗੱਲ ਸੁਣ ਕੇ ਅਸੀਂ ਸਮਝਾਇਆ। ਸਭ ਪ੍ਰਸੰਗ ਅਬ ਤੋਏ ਸੁਨਾਇਓ। ਉਹ ਸਾਰਾ ਪ੍ਰਸੰਗ ਅਸੀਂ ਤੈਨੂੰ ਹੁਣ ਬੋਲ ਕੇ ਸੁਣਾਉਂਦੇ ਹਾਂ। ਹਿੰਦੂ ਤੁਰਕ ਦੇ ਪੂਰਬ ਕਾਲਾ। ਕਹਿੰਦੇ ਭਾਈ ਪਹਿਲੇ ਸਮਿਆਂ ਦੇ ਵਿੱਚ ਜਿੰਨੇ ਵੀ ਹਿੰਦੂ ਹੁੰਦੇ ਸਨ ਜਾਂ ਤੁਰਕ ਮੁਸਲਮਾਨ ਸਨ, ਸਾਕੇ ਸਿਰ ਪਰ ਕੇਸ ਵਿਸਾਲਾ। ਸਾਰਿਆਂ ਦੇ ਸਿਰ ਦੇ ਉੱਤੇ ਭਾਰੇ ਕੇਸ ਹੁੰਦੇ ਸਨ। ਤੋਰੇ ਦਿਵਸਨ ਤੇ ਅਬ ਚਲ ਹਟੈ। ਇਹ ਤਾਂ ਭਾਈ ਕੇਸ ਰੱਖਣ ਤੋਂ ਥੋੜਾ ਸਮਾਂ ਪਹਿਲਾਂ ਹੀ ਹਟੇ ਹਨ ਲੋਕ। ਲਖੀਤ ਧਰਮ ਸਭਨ ਕੇ ਲਟੈ। ਕਿਉਂ ਜਾਣ ਲੈ ਵੀ ਸਾਰਿਆਂ ਨੇ ਆਪੋ ਆਪਣੇ ਧਰਮ ਦੀ ਮਰਿਆਦਾ ਮਿਟਾ ਦਿੱਤੀ, ਧਰਮ ਤੋਂ ਸਾਰੇ ਮਿਟ ਗਏ ਹਨ, ਘਟ ਗਿਆ ਧਰਮ ਇਹਨਾਂ ਵਿੱਚ। ਯਾਰ ਮੁਹੰਮਦ ਬੌਰ ਉਚਾਰੀ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਯਾਰ ਮੁਹੰਮਦ ਨੇ ਫੇਰ ਸਾਡੇ ਤੋਂ ਪੁੱਛਿਆ, ਸੁਨਤ ਰਖਬੇ ਕੇਸ ਹਮਾਰੀ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਠੀਕ ਹੈ ਵੀ ਸਾਡੇ 'ਚ ਸੁਨਤ ਕਰਨ ਦੀ ਵੀ ਰੀਤੀ ਹੈ ਮੁਸਲਮਾਨਾਂ ਵਿੱਚ, ਤੇ ਕੇਸ ਰੱਖਣ ਦੀ ਵੀ ਰੀਤੀ ਹੈ। ਕੇ ਕਿਸ ਬਿਦ ਹਟੇ ਬਤਾਓ। ਪਰ ਮਹਾਰਾਜ ਸੱਚੇ ਪਾਤਸ਼ਾਹ ਆ ਸੁਨਤ ਕਦੋਂ ਤੋਂ ਕਰਨ ਲੱਗੇ ਤੇ ਕੇਸ ਕਿਉਂ ਕਟਾਉਣ ਲੱਗੇ, ਇਹ ਮੈਨੂੰ ਦੱਸੋ। ਸਰਬ ਵਾਰਤਾ ਅਬ ਸਮਝਾਵੋ। ਇਹ ਸਾਰੀ ਵਾਰਤਾ, ਸਾਰੀ ਕਹਾਣੀ ਮੈਨੂੰ ਸਮਝਾਓ। ਤਬ ਸ੍ਰੀ ਬਦਨ ਸੁਨਾਏ ਉਤਰ ਕਰੀ। ਉਸ ਵੇਲੇ ਸਤਿਗੁਰੂ ਜੀ ਨੇ ਆਪਣੇ ਸੁੰਦਰ ਮੁਖ ਤੋਂ ਉਚਾਰ ਕੇ ਬਚਨ ਆਖਿਆ। ਇਬਰਾਹੀਮ ਖਲੀਲ ਪਕੰਬਰ। ਕਹਿੰਦੇ ਭਾਈ ਤੁਹਾਡਾ ਇੱਕ ਪੈਗੰਬਰ ਹੋਇਆ ਇਬਰਾਹੀਮ, ਜਿਹਦਾ ਤਖੱਲਸ ਖਲੀਲੁੱਲਾਹ ਸੀ। ਖਲੀਲ ਕਹਿੰਦੇ ਆ ਜਿਹੜਾ ਖੁਦਾ ਦਾ ਦੋਸਤ ਹੋਵੇ। ਕਹਿੰਦੇ ਖੁਦਾ ਦਾ ਦੋਸਤ ਕਹਾਉਣ ਵਾਲਾ ਤੁਹਾਡਾ ਇੱਕ ਇਬਰਾਹੀਮ ਪੈਗੰਬਰ ਹੋਇਆ ਹੈ। ਇਸਨੇ ਇੱਕ ਔਰਤ ਅਵਲੋਕੀ। ਕਹਿੰਦੇ ਇੱਕ ਵਾਰ ਉਸਨੇ ਇੱਕ ਸੁੰਦਰ ਔਰਤ ਨੂੰ ਦੇਖਿਆ। ਕਾਮ ਬਸੀ ਮਨ ਬਿਰਤੀ ਨ ਰੋਕੀ। ਇਹ ਕਾਮ ਬਸ ਹੋ ਗਿਆ, ਮਨ ਦੀ ਬਿਰਤੀ ਨੂੰ ਰੋਕ ਨਾ ਸਕਿਆ। ਆਇਓ ਮੋਏ ਸੁਨੋ ਕਰ ਕਰੋ ਨਿਕਾਹੂ। ਇਹ ਉਸ ਇਸਤਰੀ ਨੂੰ, ਬੀਬੀ ਨੂੰ ਕਹਿਣ ਲੱਗਾ ਕਿ ਮੇਰੇ ਨਾਲ ਨਿਕਾਹ, ਮੇਰੇ ਨਾਲ ਵਿਆਹ ਕਰ ਲੈ, ਸੁਖ ਸੋ ਕਸੋ ਆਨ ਕਰਮਾਹੂ। ਔਰ ਬੜੇ ਸੁੱਖ ਆਰਾਮ ਦੇ ਨਾਲ ਮੇਰੇ ਘਰ ਆ ਕੇ ਵਸ। ਸੁਨਿਆ ਔਰਤ ਨੇ ਬਾਤ ਨ ਮਾਨੀ। ਉਸ ਵੇਲੇ ਔਰਤ ਨੇ ਮਨਾ ਕਰ ਦਿੱਤਾ, ਇਹਦੀ ਗੱਲ ਨਾ ਮੰਨੀ ਸੁਣ ਕੇ। ਸੰਗ ਪਕੰਬਰ ਗਿਰਾ ਬਖਾਨੀ। ਇਹ ਪੈਗੰਬਰ ਇਬਰਾਹਿਮ ਨੂੰ ਉਸ ਵੇਲੇ ਉਹਨੇ ਆਖਿਆ, ਤੋ ਕਰਨ ਪੂਰਬ ਇੱਕ ਬੀਵੀ। ਕਹਿੰਦੀ ਪੈਗੰਬਰ ਸਾਹਿਬ ਤੁਹਾਡੇ ਘਰ ਦੇ ਵਿੱਚ ਤਾਂ ਪਹਿਲੇ ਹੀ ਇੱਕ ਬੀਬੀ, ਇੱਕ ਘਰ ਵਾਲੀ ਹੈ। ਸੰਕਟ ਹੋਏ ਇਸ ਪਤਨੀ ਜੀਵੀ। ਕਹਿੰਦੇ ਤੁਹਾਡੀ ਇਸ ਪਤਨੀ ਦੇ ਹੁੰਦੇ ਮੈਂ ਤੁਹਾਡੇ ਨਾਲ ਵਿਆਹ ਕਰਾਂ, ਇਹ ਤਾਂ ਕਹਿੰਦੇ ਸੰਕਟ ਵਾਲੀ ਗੱਲ ਹੋ ਜਾਏਗੀ। ਮੈਂ ਉਹਦੀ ਸੌਕਣ ਬਣ ਜਾਊਂਗੀ, ਉਹ ਮੇਰੀ ਸੌਕਣ ਬਣ ਜਾਊ। ਇਹ ਤਾਂ ਬੜਾ ਸੰਕਟ, ਬੜਾ ਜਿਹੜਾ ਭਿਆਨਕ ਸਮਾਂ ਬਣ ਜਾਏਗਾ। ਤਕ ਦਿਨ ਗੁਜਰੇ ਸਰੀਤ। ਸੋ ਇਸ ਤਰ੍ਹਾਂ ਇਸ ਰੀਤੀ ਨਾਲ ਕਹਿੰਦੇ ਕਈ ਦਿਨ ਗੁਜ਼ਰ ਗਏ। ਅਸੀਂ ਪਕੰਬਰ ਕੇ ਬਹੁਚੀਤ। ਪਰ ਉਹ ਇਸਤਰੀ ਜਿਹੜੀ ਪੈਗੰਬਰ ਦੇ ਚਿੱਤ ਵਿੱਚ ਵਸ ਗਈ। ਵੀਰ ਕਯੋ ਮਨ ਵੈ ਕਰ ਦੀਨਾ। ਫਿਰ ਮਨ ਨੂੰ ਬੜਾ ਨਿਮਰਤਾ ਦੇ ਵਿੱਚ ਲਿਆ ਕੇ ਇਹ ਇਬਰਾਹਿਮ ਕਹਿਣ ਲੱਗਾ, ਮੁਲ ਸੋ ਕਰੋ ਨਿਕਾਓ ਪ੍ਰਵੀਨਾ। ਕਹਿੰਦਾ ਹੇ ਸਿਆਣੀ ਸੁਗੜ ਔਰਤ ਮੇਰੇ ਨਾਲ ਵਿਆਹ ਕਰ ਲੈ। ਜੇ ਜਨ ਫਟਕਤ ਹੈ ਮਮ ਚਤਨੈ। ਕਹਿੰਦਾ ਨਿੱਤਾ ਪ੍ਰਤੀ ਮੇਰੇ ਮਨ ਦੇ ਵਿੱਚ ਇਹ ਗੱਲ ਖੁਟਕਦੀ ਹੈ, ਅਬ ਲਾਗਤ ਬਹੁ ਮਿਲਣੋ ਹਿਤਨੈ। ਔਰ ਮੇਰੇ ਮਨ ਦੇ ਵਿੱਚ ਬੜੀ ਇੱਛਾ ਉਤਪੰਨ ਹੁੰਦੀ ਹੈ ਕਿ ਤੇਰੇ ਸੰਗ ਮਿਲਾਪ ਕਰਾਂ। ਜੈਸੇ ਤੂੰ ਆਏ ਸੁਦੇ ਪਿਆਰੀ। ਹੇ ਪਿਆਰੀ ਜਿਵੇਂ ਵੀ ਤੂੰ ਮੈਨੂੰ ਹੁਕਮ ਕਰੇਂਗੀ, ਐਸੇ ਰਹੋ ਸਦਾ ਅਨੁਸਾਰੀ। ਮੈਂ ਸਦਾ ਹੀ ਤੇਰਾ ਹੁਕਮ ਦਾ ਅਨੁਸਾਰੀ ਹੋ ਕੇ ਰਹਾਂਗਾ। ਜਦੋਂ ਉਹ ਇਸਤਰੀ ਬੀਬੀ ਨੇ ਦੇਖਿਆ ਕਿ ਮੇਰੇ ਉੱਤੇ ਲੁਭਾਇਮਾਨ ਹੋ ਗਿਆ ਹੈ ਇਬਰਾਹਿਮ,
ਉਸ ਵੇਲੇ ਉਸ ਔਰਤ ਨੇ ਇੱਕ ਅਹਿਦ ਸੁਣਾਇਆ, ਇੱਕ ਸ਼ਰਤ ਰੱਖ ਦਿੱਤੀ। ਇਹੋ ਤਲਾਕ ਤਦ ਬੀਵੀ ਤਬੈ ਕਹਿੰਦੀ ਇਬਰਾਹਿਮ ਸਾਹਿਬ, ਜਿਹੜੀ ਤੁਹਾਡੀ ਪਹਿਲੀ ਇਸਤਰੀ ਬੀਵੀ ਪਤਨੀ ਹੈ, ਜੇਕਰ ਤੁਸੀਂ ਉਸ ਨੂੰ ਤਲਾਕ ਦੇ ਦਿਓ ਪਰੋਂ ਨਿਕਾਹ ਤੋਏ ਸੋ ਤਬੈ ਫਿਰ ਹੀ ਮੈਂ ਤੁਹਾਡੇ ਨਾਲ ਨਿਕਾਹ ਕਰ ਸਕਦੀ ਹਾਂ। ਪਰੋਂ ਪੈਗੰਬਰ ਕਾਮਤ ਪਾਇਓ ਸਾਧ ਸੰਗਤ ਜੀ, ਕਿਉਂਕਿ ਕਾਮ ਵਸ ਹੋਇਆ ਸੀ ਇਹ ਪੈਗੰਬਰ, ਬੜੀ ਇਸ ਨੂੰ ਕਾਮ ਨੇ ਤਪਾਇਆ ਹੋਇਆ ਸੀ। ਕਰਿਓ ਕਥਾ ਪ੍ਰਿਆ ਜਤਾ ਬਤਾਇਓ ਜਿਵੇਂ ਇਸਤਰੀ ਨੇ ਆਖਿਆ ਸੀ ਇਹਨੇ ਉਸੇ ਤਰ੍ਹਾਂ ਕੀਤਾ। ਦਈ ਤਲਾਕ ਪ੍ਰਥਮ ਕੀ ਨਾਰੀ ਆਪਣੀ ਪਹਿਲੀ ਇਸਤਰੀ ਨੂੰ ਤਲਾਕ ਦੇ ਦਿੱਤਾ ਕਰਨ ਕਾ ਭੋਗੀ ਔਰ ਪਿਆਰੀ ਔਰ ਨਿਕਾਹ ਕਰਕੇ ਇਸ ਬੀਬੀ ਨਾਲ ਸੰਬੰਧ ਬਣਾਏ ਕਿਤਕ ਬਰਖ ਰਗ ਰਮ ਕਰ ਸੰਗ ਔਰ ਕਈ ਸਾਲ ਤੱਕ ਇਸ ਬੀਬੀ ਦੇ ਨਾਲ ਘਰ ਵਿੱਚ ਰਹਿੰਦਾ ਰਿਹਾ ਬਾਂਧ ਬਾਂਧ ਕਰ ਮੋਚ ਅਨੰਗ ਔਰ ਅਨੇਕਾਂ ਤਰ੍ਹਾਂ ਨਾਲ ਕਾਮ ਕ੍ਰੀੜਾ ਕੀਤੀਆਂ। ਸਮਾ ਪਾਏ ਪੂਰਬ ਰੀਤੀਆ ਸਮਾਂ ਪਾ ਕੇ ਜਿਹੜੀ ਦੀ ਪਹਿਲੀ ਘਰ ਵਾਲੀ ਇਸਤਰੀ ਸੀ, ਭੋਗਨ ਕਈ ਲਾਏ ਨਜਰੀਆ ਫਿਰ ਇਹਦਾ ਮਨ ਆਪਣੀ ਪਹਿਲੀ ਇਸਤਰੀ ਵੱਲ ਇਸ ਦਾ ਝੁਕਾਅ ਹੋ ਗਿਆ, ਉਸ ਨਾਲ ਸੰਬੰਧ ਕੀਤੇ। ਸੁਰ ਕੋ ਪਾਏ ਕ੍ਰੋਧ ਕਰ ਕਹੀਓ ਜਦੋਂ ਇਹ ਦੂਸਰੀ ਜਿਹੜੀ ਇਸਤਰੀ ਜਿਹਦੇ ਨਾਲ ਬਾਅਦ ਵਿੱਚ ਇਹਨੇ ਨਿਕਾਹ ਕੀਤਾ ਸੀ, ਜਦੋਂ ਇਹਨੂੰ ਇਹ ਖਬਰ ਮਿਲੀ ਤਾਂ ਬੜੇ ਗੁੱਸੇ ਨਾਲ ਇਹਨੇ ਆਖਿਆ, ਐ ਦਸ ਕਰ ਕੀਨ ਜਬ ਲਹਿਓ ਜਦੋਂ ਇਹਨੇ ਦੇਖਿਆ ਇਹਨੇ ਵਾਅਦਾ ਖਿਲਾਫੀ ਕੀਤੀ ਹੈ, ਸ਼ਰਾ ਅਦੂਰ ਭੂਲ ਜੋ ਧਰੈ ਕਹਿਣ ਲੱਗੀ ਜਿਹੜਾ ਸ਼ਰ੍ਹਾ ਦੀ ਅਦੂਲੀ ਕਰਦਾ ਹੈ, ਕਹੋ ਪੈਗੰਬਰ ਸੋ ਕਿਆ ਕਰੈ ਕਹਿਣ ਲੱਗੀ ਪੈਗੰਬਰ ਸਾਹਿਬ ਉਹਦੇ ਨਾਲ ਕੀ ਕਰਨਾ ਚਾਹੀਦਾ। ਇਬਰਾਹੀਮ ਕਹਿਓ ਬਿਦ ਜੋਈ ਇਬਰਾਹਿਮ ਜੀ ਕਹਿਣ ਲੱਗੇ ਕਿ ਜਿਹੜਾ ਤਰੀਕਾ ਹੈ, ਉਜਦ ਸਜਾਏ ਦੇਨ ਕੋ ਸੋਈ ਕਹਿੰਦੇ ਉਹ ਤਾਂ ਸਜ਼ਾ ਦੇਣ ਦੇ ਯੋਗ ਹੁੰਦਾ ਹੈ। ਸਰਾ ਅਦੂਰ ਭੂਲ ਕਹਿ ਜਾਨ ਹਾਂ, ਜਿਹੜਾ ਸ਼ਰ੍ਹਾ ਦੀ ਅਦੂਲੀ ਕਰਦਾ, ਸ਼ਰ੍ਹਾ ਤੋਂ ਉਲਟ ਚੱਲਦਾ ਹੈ, ਸੋ ਉਹਨੂੰ ਭੁੱਲਿਆ ਜਾਣ ਕਰਕੇ ਬਿਨਾ ਸਜਾਏ ਨ ਪਾਪ ਪਛਾਨ ਜੇ ਉਹਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਉਹ ਸਜ਼ਾ ਨਹੀਂ ਭੋਗਦਾ ਆਪਣੇ ਕੀਤੇ ਦੀ ਤੇ ਆਪਣੀ ਗਲਤੀ ਨੂੰ ਨਹੀਂ ਮੰਨਦਾ, ਤਾਂ ਉਸ ਤੋਂ ਬਿਨਾਂ ਤਾਂ ਕਹਿੰਦੇ ਉਹਨੂੰ ਨਾਪਾਕ ਪਛਾਣੋ, ਉਹ ਪਵਿੱਤਰ ਨਹੀਂ, ਅਪਵਿੱਤਰ ਹੈ। ਘਾਤ ਪਾਏ ਪ੍ਰਿਆ ਤਵੈ ਸੁਣਾਈ ਜਦੋਂ ਇਹ ਸਹੀ ਮੌਕਾ ਦੇਖ ਕੇ ਉਸ ਵੇਲੇ ਇਸਤਰੀ ਕਹਿਣ ਲੱਗੀ, ਸ਼ਰਾ ਦੁਲੀ ਤਮੋ ਕਮਾਈ ਕਹਿੰਦੀ ਫਿਰ ਪੈਗੰਬਰ ਸਾਹਿਬ ਸ਼ਰ੍ਹਾ ਦੀ ਅਦੂਲੀ ਤਾਂ ਤੁਸੀਂ ਕਰ ਦਿੱਤੀ ਹੈ। ਦਈ ਤਲਾਕ ਰਮੇਸ਼ੋ ਪੀਰ ਕਹਿੰਦੇ ਤਲਾਕ ਦੇ ਕੇ ਇੱਕ ਵਾਰ ਆਪਣੀ ਘਰ ਵਾਲੀ ਨੂੰ ਫੇਰ ਤੁਸੀਂ ਉਸ ਨਾਲ ਸੰਬੰਧ ਰੱਖਦੇ ਹੋ ਉਜਦ ਸਜਾਏ ਆਪ ਕੋ ਹੀਰ ਤੇ ਹੁਣ ਕਹਿੰਦੇ ਤੁਹਾਨੂੰ ਸਜ਼ਾ ਦੇਣੀ ਉਚਿਤ ਹੈ। ਸੁਨ ਬੀਵੀ ਕੇ ਬਾਕਾ ਭੂਲ ਉਸ ਵੇਲੇ ਆਪਣੀ ਬੀਵੀ ਇਸਤਰੀ ਦੇ ਇਹ ਬਾਕਾਂ ਨੂੰ ਸੁਣ ਕੇ ਵੀ ਇਹ ਭੁੱਲੀ ਨਹੀਂ, ਇਹਨੂੰ ਚੇਤੇ ਸਭ ਕੁਝ। ਆਇਓ ਪੈਗੰਬਰ ਕਈ ਕਬੂਲ ਉਸ ਵੇਲੇ ਇਬਰਾਹਿਮ ਪੈਗੰਬਰ ਨੇ ਇਹ ਕਬੂਲ ਕਰ ਲਿਆ ਆਪਣਾ ਗੁਨਾਹ ਕਿ ਮੈਂ ਵਾਕਿਆ ਹੀ ਇਸ ਗੱਲ ਤੇ ਗਲਤ ਹਾਂ। ਜਿਮ ਚਾਵਤ ਤਨੋ ਕੱਜਾ ਕੀਜੈ ਪਿਆਰੀ ਕਹਿਣ ਲੱਗਾ ਜਿਵੇਂ ਮੈਂ ਤੈਨੂੰ ਵਚਨ ਦਿੱਤੇ ਸਨ, ਹੇ ਪਿਆਰੀ ਇਸਤਰੀ, ਜਿਵੇਂ ਤੂੰ ਚਾਹੁੰਦੀ ਹੈ ਉਸ ਤਰ੍ਹਾਂ ਦੀ ਮੈਨੂੰ ਸਜ਼ਾ ਦੇ ਸਕਦੀ ਹੈ। ਮੈਂ ਸਦੀਵ ਤੇਰੀ ਅਨੁਸਾਰੀ ਮੈਂ ਤਾਂ ਹਮੇਸ਼ਾ ਹੀ ਤੇਰਾ ਅਨੁਸਾਰੀ, ਤੇਰੀ ਆਗਿਆ ਵਿੱਚ ਹਾਂ। ਸੁਨ ਪ੍ਰਿਆ ਕੈ ਅੰਗ ਜੁਲਾਈ ਉਸ ਵੇਲੇ ਇਸਤਰੀ ਕਹਿਣ ਲੱਗੀ, ਕਹਿੰਦੀ ਪੈਗੰਬਰ ਸਾਹਿਬ ਤੇਰੇ ਸਰੀਰ ਦੇ ਜਿਹੜੇ ਜਿਹੜੇ ਵੀ ਅੰਗ ਉਸ ਨੂੰ ਛੂਹੇ ਹਨ, ਇਹੋ ਬਟਾਏ ਇਹ ਉਚਿਤ ਸੁਜਾਈ ਕਹਿੰਦੀ ਉਹਨਾਂ ਅੰਗਾਂ ਨੂੰ ਕਟਾ ਦਿਓ, ਇਹੀ ਤੇਰੇ ਵਾਸਤੇ ਯੋਗ ਸਜ਼ਾ ਹੈ। ਤਲਾਕ ਕੁਨ ਤਿਸ ਨੈ ਭੋਗਾ ਤੁਸੀਂ ਤਲਾਕ ਦੇਣ ਤੋਂ ਬਾਅਦ ਵੀ ਉਸ ਨਾਲ ਸੰਬੰਧ ਰੱਖੇ, ਜਾਂਦੇ ਕੱਟ ਦੇਨ ਕੀ ਜੋਗਾ ਇਸ ਕਰਕੇ ਤੁਹਾਨੂੰ ਕਸ਼ਟ ਦੇਣਾ, ਸਜ਼ਾ ਦੇਣੀ ਯੋਗ ਹੈ। ਸੁਨ ਕੈ ਸ਼ਰਾਬਾਦ ਸਤ ਸੁਈ ਸ਼ਰ੍ਹਾ ਦੀ ਇਹ ਸੱਚੀ ਗੱਲਬਾਤ ਸੁਣ ਕੇ ਦੀਨ ਹੋਏ ਬੰਦੇ ਕਰ ਦੋਈ ਬੜਾ ਨਿਮਾਣਾ ਹੋ ਕੇ ਦੋਵੇਂ ਹੱਥ ਜੋੜੇ ਇਬਰਾਹਿਮ ਨੇ, ਪ੍ਰਿਆ ਬਾਤ ਤੈ ਸਾਧੂ ਬਾਚੀ ਕਹਿਣ ਲੱਗਾ ਹੇ ਪਿਆਰੀ ਇਸਤਰੀਏ ਤਾਂ ਸੱਚੀ ਗੱਲ ਆਖੀ ਹੈ, ਲਿਓ ਬਚਾਏ ਚਿਤਸ ਜੇ ਰਚ ਰਾਚੀ ਪਰ ਫਿਰ ਵੀ ਗੱਲ ਤਾਂ ਤੇਰੀ ਸੱਚੀ ਹੈ, ਮੈਂ ਗੁਨਾਹਗਾਰ ਹਾਂ, ਪਰ ਮੇਰਾ ਬਚਾਅ ਕਰ ਦੇ ਜੇ ਤੇਰਾ ਮਨ ਚਾਹੁੰਦਾ ਹੈ। ਜਦਾ ਸਜਾਏ ਹੋਏ ਪੀ ਜਾਈ ਕੋਈ ਐਸਾ ਤਰੀਕਾ ਲੱਭ ਵੀ ਸਜ਼ਾ ਵੀ ਮੈਂ ਭੋਗ ਲਵਾਂ, ਸਜ਼ਾ ਵੀ ਮੈਨੂੰ ਮਿਲ ਜਾਵੇ ਜੀਵਤ ਰਾਮ ਪੁਰ ਸੋ ਸੁਖ ਪਾਈ ਤੇ ਮੈਂ ਜੀਵਤ ਵੀ ਰਹਾਂ, ਤੇਰੇ ਨਾਲ ਜ਼ਿੰਦਗੀ ਬਤੀਤ ਕਰਾਂ ਸੁੱਖ ਸਹਿਤ। ਆਇਓ ਦੀਨ ਪ੍ਰਿਆ ਕਰੁਣਾ ਤਾਰੀ ਜਦੋਂ ਇਹ ਬਹੁਤ ਦੀਨ ਨਿਮਾਣਾ ਨਿਤਾਣਾ ਹੋ ਕੇ ਇਹਨੇ ਆਖਿਆ, ਇਸਤਰੀ ਨੇ ਮਨ ਦੇ ਵਿੱਚ ਬੜੀ ਕਰੁਣਾ ਕੀਤੀ, ਇਹਦੇ ਉੱਤੇ ਤਰਸ ਕੀਤਾ, ਸਜਾਏ ਪਦ ਤੇ ਸੰਗ ਕਰੀ ਆਪਣੇ ਪਤੀ ਨੂੰ ਫਿਰ ਇਸ ਤਰ੍ਹਾਂ ਸਜ਼ਾ ਦਿੱਤੀ। ਹਾਥ ਲਗੇ ਨੈ ਕਾਟਨ ਕੀਨ ਜਿਹੜੇ ਹੱਥ ਉਹ ਇਸਤਰੀ ਨੂੰ ਲੱਗੇ ਸਨ ਉਹਨਾਂ ਹੱਥਾਂ ਨੂੰ ਤਾਂ ਨਾ ਕੱਟਿਆ, ਤਿਨ ਪਲਟੇ ਕਾਟੀ ਅਸਤੀਨ ਉਹ ਸਗੋਂ ਉਹਦੇ ਬਦਲੇ ਵਿੱਚ ਇਹਦੇ ਕੁੜਤੇ ਦੀਆਂ ਜਿਹੜੀਆਂ ਬਾਹਾਂ ਸਨ ਉਹਨਾਂ ਨੂੰ ਕੱਟ ਦਿੱਤਾ। ਲਿੰਗ ਕਟਣ ਤੇ
ਸੁਨਤ ਕਰੀ। ਇਸ ਤਰ੍ਹਾਂ ਇੰਦਰੀ ਕੱਟਣ ਦੀ ਬਜਾਏ ਸੁੰਨਤ ਕਰ ਦਿੱਤੀ ਇਸ ਦੀ। ਅਤਰਨ ਤੇ ਦਵੈ ਮੂਸ਼ਨ ਹਰੀ। ਇਹਦੇ ਬੁੱਲ ਕੱਟਣ ਦੀ ਜਗ੍ਹਾ ਤੇ ਇਹਦੀਆਂ ਦੋਵੇਂ ਮੁੱਛਾਂ ਵਿਚਾਲੋਂ ਕੱਟ ਦਿੱਤੀਆਂ। ਛਾਤੀ ਪਰ ਤੇ ਕਤਰੀ ਬਾਰਾ। ਹਾਂ, ਜਿਹੜੀ ਇਹਦੀ ਛਾਤੀ ਸੀ ਉਹਦੇ ਵਾਲ ਕੱਟ ਦਿੱਤੇ। ਸਿਰ ਤੇ ਜੂੜਾ ਕਾਲੂ ਦਾ। ਇਹਦੇ ਸਿਰ ਦਾ ਵੀ ਜੂੜਾ ਕੱਟ ਕੇ ਪਰਾਂ ਮਾਰਿਆ। ਸੁਮਤ ਅਵਲੋਕਿਓ ਐਸੀ। ਉਹਦੀ ਉਮਤ ਨੇ, ਉਹਦੇ ਚੇਲਿਆਂ ਨੇ, ਇਬਰਾਹਿਮ ਦਿਆਂ ਨੇ ਜਦੋਂ ਇਸ ਪ੍ਰਕਾਰ ਦੇਖਿਆ, ਸਦਨ ਕਰੀ ਬਾਰਤਾ ਤੈਸੀ। ਉਸ ਵੇਲੇ ਸਾਰਿਆਂ ਨੂੰ ਸਾਧ ਸੰਗਤ ਜੀ ਇਹ ਵਾਰਤਾ ਕਹਿ ਕੇ ਦੱਸੀ। ਕਿਵ ਤੁਰਕਨ ਸਭ ਕੀ ਸੁਖਾਈ। ਇਹ ਗੱਲ ਬਣਾ ਦਿੱਤੀ ਵੀ ਰਾਤੀ ਮੈਨੂੰ ਸੁਪਨੇ ਦੇ ਵਿੱਚ ਮੁਹੰਮਦ ਸਾਹਿਬ ਅੱਲਾ ਖੁਦਾ ਤਾਲਾ ਦੇ ਦਰਸ਼ਨ ਹੋਏ। ਉਹਨਾਂ ਨੇ ਆਖਿਆ ਵੀ ਭਾਈ ਅੱਜ ਤੋਂ ਮਰਿਆਦਾ ਹੈ ਵੀ ਸਿਰ ਦੇ ਵਾਲ ਕਟਾ ਲਿਆ ਕਰੋ ਔਰ ਮੁੱਛਾਂ ਵਿਚਕਾਰੋਂ ਕਟਾ ਦਿਆ ਕਰੋ, ਮੁੱਛਾਂ ਕੱਟ ਲਿਆ ਕਰੋ, ਦਾੜੀ ਰੱਖ ਲਿਆ ਕਰੋ। ਸੋ ਇਸ ਤਰ੍ਹਾਂ ਸੁਨਨਤ ਕਰਾਇਆ ਕਰੋ। ਇਹ ਇਸ ਤਰ੍ਹਾਂ ਜਦੋਂ ਇਹ ਝੂਠੀ ਗੱਲ ਬਣਾ ਕੇ ਦੱਸੀ ਤੇ ਕਹਿੰਦੇ ਉਸ ਵੇਲੇ ਤੋਂ ਬਾਕੀ ਦੇ ਵੀ ਸਾਰੇ ਜਿਹੜੇ ਉਹਦੇ ਅਨੁਸਾਰੀ ਚੇਲੇ ਸਨ, ਮੁਰੀਦ ਸਨ, ਉਹ ਸਾਰੇ ਉਸੇ ਤਰ੍ਹਾਂ ਕਰਨ ਲੱਗੇ। ਹੋਰ ਬੜੀ ਮਰਿਆਦ ਮਟਾਈ। ਸੋ ਸਾਰਿਆਂ ਨੇ ਕੇਸ ਕਟਾ ਦਿੱਤੇ। ਪਹਿਲੀ ਜਿਹੜੀ ਮਰਿਆਦਾ ਸੀ ਸਾਰੇ ਹੀ ਕੇਸ ਰੱਖਦੇ ਸੀ, ਉਹ ਮਰਿਆਦਾ ਮਿਟਾ ਦਿੱਤੀ। ਹੁਣ ਹਿੰਦਨ ਕੀ ਸੁਣਾਓ ਕਹਾਣੀ। ਫਿਰ ਸਤਿਗੁਰੂ ਜੀ ਕਹਿੰਦੇ ਹੁਣ ਹਿੰਦੂਆਂ ਦੀ ਵੀ ਕਹਾਣੀ ਸੁਣ ਲੈ। ਹੋਇਓ ਪਰਸਰਾਮ ਬਲਖਾਨੀ। ਕਹਿੰਦੇ ਇਹਨਾਂ ਦੇ ਵਿੱਚ, ਹਿੰਦੂਆਂ ਦੇ ਵਿੱਚ, ਬ੍ਰਾਹਮਣਾਂ ਵਿੱਚ ਨਾ ਇੱਕ ਪਰਸਰਾਮ ਹੋਇਆ ਜਿਹੜਾ ਬੜਾ ਬਲੀ ਹੋਇਆ। ਜੁਦ ਛਤਰੀ ਸੁਭਾਰੀ। ਕਹਿੰਦੇ ਉਹਨੇ ਯੁੱਧ ਕਰ ਕਰਕੇ ਨਾ ਸਾਰੇ ਛਤਰੀਆਂ ਨੂੰ ਹਰਾ ਦਿੱਤਾ। ਛਤਰੀਆਂ ਨੂੰ 21 ਵਾਰੇ ਨੇ ਮਾਰਿਆ। ਉਹਨਾਂ ਦੇ ਖੂਨ ਦੇ ਨਾਲ ਤਲਾਬ ਕੁੰਡ ਭਰ ਕੇ ਉਹਦੇ ਵਿੱਚ ਇਸ਼ਨਾਨ ਕਰਦਾ ਹੁੰਦਾ ਸੀ। ਇਉਂ ਕਹਿੰਦੇ ਯੁੱਧ ਕਰ ਕਰਕੇ ਸਾਰੇ ਖੱਤਰੀ ਇਹਦੇ ਤੋਂ ਹਾਰ ਗਏ ਸਨ। ਤੇਰੇ ਸਿਰ ਪਰ ਤੇ ਕੋਈ ਕੇਸ ਉਤਾਰੀ। ਉਹਨਾਂ ਹਾਰੇ ਹੋਏ ਲੋਕਾਂ ਦੇ ਸਿਰ ਤੋਂ ਇਹਨੇ ਕੇਸ ਕੱਟ ਦਿੱਤੇ। ਮਨਵੰਦਨ ਜਬ ਮੁੰਡਨ ਕਰੀ। ਜਦੋਂ ਰਿਸ਼ੀਆਂ ਮੁਨੀਆਂ ਦੇ ਪੁੱਤਰਾਂ ਦੇ ਇਹਨੇ ਸਿਰਾਂ ਤੋਂ ਕੇਸ ਕੱਟ ਦਿੱਤੇ, ਮੁੰਡਨ ਕਰ ਦਿੱਤਾ ਉਹਨਾਂ ਦਾ। ਰਹੇ ਮੁੰਡਾ ਉਤਰੀਤੀ ਪਰੇ। ਕਹਿੰਦੇ ਉਸ ਤੋਂ ਬਾਅਦ ਇਹ ਰੀਤੀ ਪੈ ਗਈ, ਰਿਵਾਜ ਚੱਲ ਪਿਆ, ਸਾਰੇ ਮੁੰਡਨ ਕਰਾਉਣ ਲੱਗ ਪਏ, ਹਜਾਮਤਾਂ ਕਰਾਉਣ। ਹੁਣ ਕਲਯੁਗ ਮੈਂ ਰਾਜੀ ਭਈ। ਕਹਿੰਦੇ ਉਸ ਤੋਂ ਥੋੜਾ ਸਮਾਂ ਬਾਅਦ ਕਹਿੰਦੇ ਕਲਯੁਗ ਦੇ ਵਿੱਚ ਰਾਜੇ ਹੋਏ, ਸੰਗਿਆ ਜਨੂ ਆਨੰਦ ਕੀ ਲਈ। ਜਿਨ੍ਹਾਂ ਦੀ ਸੰਗਿਆ ਆਨੰਦ ਕੇ ਰਾਜੇ ਆਖੀ ਜਾਂਦੀ ਹੈ। ਦੁਰਕੈ ਵਿਪਰ ਨ ਬਰਣੀ ਕਰੈ। ਇਹਨੇ ਪਰਸੁਰਾਮ ਨੇ ਦੇਖਿਆ ਕਿ ਜਿਹੜੇ ਇਹ ਆਨੰਦ ਕੇ ਰਾਜੇ ਜਿਹੜੇ ਹੋਏ ਸੀ ਨਾ, ਉਹਨਾਂ ਨੇ ਦੇਖਿਆ ਵੀ ਜਿਹੜੇ ਬ੍ਰਾਹਮਣ ਹੈ ਕਿਤੇ ਉਹ ਲੁਕ ਛਿਪ ਕੇ ਵਰਨੀਆਂ ਨਾ ਕਰਨ ਲੱਗ ਜਾਣ। ਵਰਨੀਆਂ ਹੁੰਦੀਆਂ ਸਾਧ ਸੰਗਤ ਜੀ ਕੋਈ ਲੁਕ ਛਿਪ ਕੇ ਜਿਹੜੇ ਮੰਤਰ ਉਚਾਰਨ ਕਰਨੇ, ਜਾਪ ਕਰਨਾ ਦੁਸ਼ਮਣਾਂ ਨੂੰ ਖਤਮ ਕਰਨ ਦੇ ਲਈ। ਕਹਿੰਦੇ ਕਿਤੇ ਇਹ ਕੇਸਾਧਾਰੀ ਜਿਹੜੇ ਬ੍ਰਾਹਮਣ ਹੈ, ਕੇਸਾਧਾਰੀ ਖੱਤਰੀ ਆ, ਸੋ ਕਿਤੇ ਇਹ ਕੋਈ ਵਰਨੀਆਂ, ਕੋਈ ਜਾਪ ਨਾ ਕਰਨ ਲੱਗ ਜਾਣ ਜਿਹੜੇ ਕੇਸਾਧਾਰੀ ਹਨ। ਅਮਰੋ ਰਾਜ ਨਸ਼ਟ ਨਾਸ਼ ਹੋਏ ਡਰੈ। ਐਉਂ ਡਰ ਗਏ ਵੀ ਕਿਤੇ ਸਾਡਾ ਰਾਜ ਭਾਗ ਨਾਸ਼ ਨਾ ਹੋ ਜੇ ਇਹਨਾਂ ਦੇ ਮੰਤਰਾਂ ਨਾਲ। ਤੈਨੂੰ ਵਿਚਾਰਿਓ ਹੀ ਉਪਾਈ। ਉਹਨਾਂ ਨੇ ਵੀ ਫਿਰ ਇਹੀ ਉਪਾਅ ਵਿਚਾਰਿਆ। ਸਭ ਪ੍ਰਣ ਕੇ ਸਿਰ ਮੁੰਡਵਾਈ। ਸਾਰੇ ਜਿੰਨੇ ਬ੍ਰਾਹਮਣ ਸੀ ਉਹਨਾਂ ਦੇ ਸਾਰਿਆਂ ਦੇ ਇਹ ਆਨੰਦ ਕੇ ਰਾਜਿਆਂ ਨੇ ਕੇਸ ਮਨਾ ਦਿੱਤੇ। ਸਰ ਪ੍ਰਸੰਨ ਬਿਨ ਕੇਸ਼ ਨਾ ਹੋਈ। ਤੇ ਸਾਧ ਸੰਗਤ ਜੀ ਇਹ ਧਰਮ ਗ੍ਰੰਥ ਕਹਿੰਦੇ ਆ ਕਿ ਜਿਹੜੇ ਦੇਵਤੇ ਆ ਬਿਨਾਂ ਕੇਸਾਂ ਵਾਲਿਆਂ ਤੇ ਪ੍ਰਸੰਨ ਨਹੀਂ ਹੁੰਦੇ। ਜਾਂਦੇ ਮੂੜ ਦੇ ਸਭ ਕੋਈ। ਇਸ ਕਰਕੇ ਇਹ ਸੋਚ ਕੇ ਆਨੰਦ ਕੇ ਰਾਜਿਆਂ ਨੇ ਸਾਰੇ ਬ੍ਰਾਹਮਣਾਂ ਦੇ ਕੇਸ ਮੁੰਨ ਦਿੱਤੇ। ਹਿੰਦੂ ਤੁਰਕੇ ਸੀਬਤ ਸਾਰੀ। ਸੋ ਸਤਿਗੁਰੂ ਜੀ ਕਹਿੰਦੇ ਹਿੰਦੂ ਅਤੇ ਤੁਰਕ ਇਸ ਤਰੀਕੇ ਦੇ ਨਾਲ ਸਾਰੇ ਕੇਸ ਮਨਾਉਣ ਲੱਗੇ। ਸਿਰ ਮੁੰਡਵਾਏ ਧਰਮ ਕੋ ਹਾਰੀ। ਧਰਮ ਦੀ ਰੀਤੀ ਤੋਂ ਹਾਰ ਗਏ, ਸਾਰਿਆਂ ਨੇ ਸਿਰ ਮਨਾ ਲਏ। ਨਾਨਕ ਸੁਣਿਆ ਏਕ ਮੁੰਡਨ ਕੋ। ਹੇ ਨਾਨਕ ਤੇ ਕਹਿੰਦੇ ਇਹ ਗੱਲ ਸੁਣ, ਇਹ ਕਾਰਨ ਹੈ ਕੇਸ ਮੁੰਨਣ ਦਾ। ਈਸ ਰਾਖਨੇ ਰਵਾਸ ਬਨ ਕੋ। ਸੋ ਕੇਸਾਂ ਨੂੰ ਜਿਹੜਾ ਰੱਖਣਾ ਹੈ ਸੋ ਇਹ ਸਾਰਿਆਂ ਵਾਸਤੇ ਯੋਗ ਹੈ। ਜਿਤ ਬਿਨਾ ਪ੍ਰਸੰਨ ਨਾ ਦੀਵ। ਕੇਸਾਂ ਤੋਂ ਬਿਨਾਂ ਦੇਵੀ ਦੇਵਤੇ ਵੀ ਪ੍ਰਸੰਨ ਨਹੀਂ ਹੁੰਦੇ। ਹਰ ਸਭ ਕੇਸ਼ ਮੁੰਡਾ ਮਨ ਲੇਵ। ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜੇ ਕੇਸ ਆ ਨਾ ਇਹਨਾਂ ਨੂੰ ਮਨਾਉਣਾ ਨਹੀਂ ਚਾਹੀਦਾ, ਰੱਖਣਾ ਚਾਹੀਦਾ ਹੈ। ਆਸ ਸ਼ੁਭ ਕੇਸ ਮੁੰਡਾਵਨ ਲੇਵ। ਤੇ ਜਿਹੜੀ ਗੱਲ ਦੱਸੀ ਹੈ ਇਹਦੇ ਮੁਤਾਬਕ ਉਹ ਕੇਸ ਕਟਾਉਣ ਲੱਗੇ। ਬਿਨਾ ਵਿਚਾਰੇ ਦੇਖਾ ਦੇਖੀ। ਬਿਨਾਂ ਹੀ ਕੋਈ ਵਿਚਾਰ ਕੀਤੇ ਦੇਖਾ ਦੇਖੀ ਲੋਕ ਕੇਸ ਕਟਾਉਣ ਲੱਗੇ। ਧਾਰੀ ਰੀਤ ਭਏ ਦੁਰਪੇਖੀ। ਇਹ ਬੜੇ ਭੈੜੇ ਭੇਖ ਵਾਲੇ ਬਣ ਗਏ, ਭੈੜੀ ਕੁਰੀਤੀ ਇਹਨਾਂ ਨੇ ਧਾਰਨ ਕੀਤੀ। ਰਚੇ ਜੋ ਈਸ਼ਵਰ ਮਾਨਕ ਦੀ। ਜੋ ਵਾਹਿਗੁਰੂ ਨੇ ਮਨੁੱਖਾਂ ਦੇ ਰਚੀ ਹੈ ਸੁੰਦਰ। ਹਰੇ ਸੁਭਾਏ ਮਾਨ
ਸਭ ਗ੍ਰਹਿ। ਹਾਂ, ਕੇਸਾਂ ਦੇ ਸਹਿਤ ਇਹ ਸ਼ੋਭਾ ਵਾਲੀ ਬਣਾਈ ਹੈ। ਉਤਮਾਨ ਪਰ ਸੁੰਦਰ ਕਰੀ। ਉੱਤਮ ਅੰਗ ਹੈ ਸਰੀਰ ਦਾ ਜਿਹੜਾ ਸਿਰ, ਸੋ ਇਹਦੇ ਉੱਤੇ ਵੀ ਸਰੀਰ ਦੇ ਉੱਤਮ ਅੰਗਾਂ ਦੇ ਉੱਤੇ ਵਾਹਿਗੁਰੂ ਨੇ ਸੁੰਦਰ ਕੇਸ ਦਿੱਤੇ ਹਨ। ਅਲਗ ਰੂਪ ਤੇ ਕੇਸ਼ਣ ਤੇ ਧਰੇ। ਕੇਸਾਂ ਦੇ ਨਾਲ ਬਹੁਤ ਸੁੰਦਰ ਸਰੂਪ ਲੱਗਦਾ ਹੈ, ਬੰਦਾ ਸਰਦਾਰ ਲੱਗਦਾ ਹੈ। ਤੇਰੇ ਮੁੰਡਾਏ ਵਿਚਾਰ ਮਹੀਨੇ। ਜਿਹੜੇ ਵਿਚਾਰ ਤੋਂ ਵਿਹੀਨੇ ਆ, ਵਿਚਾਰਹੀਣ ਲੋਕ ਇਹਨਾਂ ਨੂੰ ਮਨਾ ਦਿੰਦੇ ਹਨ। ਧਰਮ ਚਾਤਰਤਾ ਹੱਥ ਹਿਤਹੀ ਚੀਨੇ। ਧਰਮ ਦੀ ਜਿਹੜੀ ਚਾਰਤਾ ਸੁੰਦਰਤਾ ਹੈ, ਸੋ ਇਹੋ ਜਿਹੇ ਜਿਹੜੇ ਲੋਕ ਆ ਉਹਨੂੰ ਖਤਮ ਕਰਦੇ ਆ। ਸੋ ਬਿਨਾਂ ਆਪਣਾ ਹਿੱਤ ਚੀਨਿਆਂ ਤੋਂ, ਬਿਨਾਂ ਆਪਣਾ ਭਲਾ ਜਾਣੇ ਤੋਂ, ਸਿਰਫ ਆਪਣੀ ਇਹ ਦੇਖਾ ਦੇਖੀ ਜਾਂ ਆਪਣੀ ਫੈਸ਼ਨ ਪ੍ਰਸਤੀ ਵਿੱਚ ਧਰਮ ਦੀ ਸੁੰਦਰਤਾ ਵਿਗਾੜਦੇ ਹਨ। ਸਭ ਜਗ ਮੈਂ ਫੈਲੀ ਦੁਰਮਤੀ। ਸਾਰੇ ਸੰਸਾਰ ਦੇ ਵਿੱਚ ਇਹ ਦੁਰਮਤੀ ਭੈੜੀ ਮੱਤ ਫੈਲੀ ਹੋਈ ਹੈ। ਉਹ ਹਟ ਸਕੈ ਰੀਤ ਪਿਖਾਤੀ। ਕਹਿੰਦੇ ਕੋਈ ਹਟ ਸਕਦਾ ਹੈ? ਕਹਿੰਦੇ ਇਹੋ ਜੀ ਕਹਿੰਦੇ ਜਿਹੜੀ ਇਹ ਭੈੜੀ ਰੀਤੀ ਚੱਲ ਪਈ ਹੈ। ਜਗ ਕੇ ਸ਼ਲੋਕ ਰਚ ਰਾਖੀ। ਔਰ ਇਹਨਾਂ ਬ੍ਰਾਹਮਣਾਂ ਨੇ ਕਹਿੰਦੇ ਇਹੋ ਜਿਹੇ ਸ਼ਲੋਕ ਵੀ ਧਰਮ ਗ੍ਰੰਥਾਂ ਦੇ ਵਿੱਚ ਰਚ ਕੇ ਪਾ ਦਿੱਤੇ। ਤੀਜ ਪੁਰਾਨ ਦਿਖਾਵਤ ਸਾਖੀ। ਜੇ ਕੋਈ ਪੁੱਛਦਾ ਹੈ ਇਹਨਾਂ ਨੂੰ, ਇਹਨਾਂ ਨੇ ਸੋਚਿਆ ਵੀ ਕੱਲ ਨੂੰ ਲੋਕ ਕਹਿਣਗੇ ਧਰਮ ਗ੍ਰੰਥਾਂ ਵਿੱਚ ਤਾਂ ਲਿਖਿਆ ਨਹੀਂ ਹੋਇਆ। ਪਹਿਲਾਂ ਸਾਰੇ ਹੀ ਰਾਮਚੰਦਰ ਜੀ ਵੀ, ਕ੍ਰਿਸ਼ਨ ਜੀ ਵੀ, ਸ਼ਿਵ ਜੀ ਵੀ, ਬ੍ਰਹਮਾ ਵੀ, ਜਿੰਨੇ ਦੇਵੀ ਦੇਵਤੇ ਮੁਹੰਮਦ ਸਾਹਿਬ ਵਰਗੇ ਹੋਏ ਆ, ਪੈਗੰਬਰ ਹੋਏ, ਔਲੀਏ ਅਵਤਾਰ ਹੋਏ, ਸਾਰੇ ਕੇਸਾਂ ਧਾਰੀ ਸਨ। ਤੁਸੀਂ ਕੇਸ ਕਿਉਂ ਕਟਾਉਣ ਲੱਗ ਗਏ? ਲੋਕਾਂ ਨੂੰ ਇਹ ਪ੍ਰਮਾਣ ਦੇਣ ਵਾਸਤੇ, ਆਪਣੀ ਭੈੜੀ ਗੱਲ ਨੂੰ ਸਿੱਧ ਕਰਨ ਵਾਸਤੇ ਕਹਿੰਦੇ ਇਹਨਾਂ ਲੋਕਾਂ ਨੇ ਧਰਮ ਗ੍ਰੰਥਾਂ ਵਿੱਚ ਆਪਣੇ ਕੋਲੋਂ ਹੀ ਸ਼ਲੋਕ ਬਣਾ ਕੇ ਪਾ ਦਿੱਤੇ ਪੁਰਾਣਾਂ ਵਿੱਚ। ਪੂਰਬਲੀ ਨੇ ਰੀਤ ਵਿਚਾਰੇ। ਪਹਿਲੀ ਜਿਹੜੀ ਪੂਰਬਲੀ ਪੁਰਾਣੀ ਰੀਤੀ ਸੀ ਉਹਦੀ ਵਿਚਾਰ ਨਹੀਂ ਕਰਦੇ। ਇਸ ਤਜਾਦ ਪੀਛਰ ਧਾਰੇ। ਪਹਿਲਾਂ ਤਾਂ ਜਿਹੜਾ ਭਾਵੇਂ ਕੋਈ ਬ੍ਰਾਹਮਣ ਹੁੰਦਾ ਤੇ ਭਾਵੇਂ ਕੋਈ ਗੈਰ ਬ੍ਰਾਹਮਣ ਹੁੰਦਾ, ਸਾਰੇ ਹੀ ਕੇਸ ਧਾਰਨ ਕਰਕੇ ਰੱਖਦੇ। ਸਤਿਗੁਰੂ ਜੀ ਦੇ ਸੁੰਦਰ ਮੁਖਾਰਬਿੰਦ ਤੋਂ ਸੋਹਣੇ ਵਾਕ ਸੁਣ ਕੇ ਨੌਨਿਤ ਖੱਤਰੀ ਨੇ ਜਾਣਿਆ ਕਿ ਸਤਿਗੁਰੂ ਜੀ ਨੇ ਬਿਲਕੁਲ ਸਤ ਵਚਨ ਆਖੇ ਹਨ। ਨਮਸਕਾਰ ਕਰਕੇ ਕਹਿਣ ਲੱਗਾ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਆਪ ਜੀ ਧੰਨਤਾ ਦੇ ਯੋਗ ਹੋ। ਇਉਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਚਲਾ ਗਿਆ। ਸਤਿਗੁਰੂ ਜੀ ਇਸ ਪ੍ਰਕਾਰ ਆਗਰੇ ਵਿੱਚ ਰਹਿ ਰਹੇ ਹਨ। ਸਤਿਗੁਰੂ ਦੇ ਦਰਸ਼ਨਾਂ ਨੂੰ ਸੰਗਤਾਂ ਇੱਕ ਆਉਂਦੀਆਂ ਇੱਕ ਚਲੀਆਂ ਜਾਂਦੀਆਂ। ਸਤਿਗੁਰੂ ਜੀ ਜਿਹੜਾ ਬਾਗ ਵਿੱਚ ਬਹੁਤ ਸੁੰਦਰ ਘਰ ਹੈ ਉਸ ਵਿੱਚ ਵਿਰਾਜੇ ਹਨ। ਔਰ ਬਹੁਤ ਘਣੀ ਛਾਂ ਵਾਲੇ ਜਿਹੜੇ ਦਰਖਤ ਹਰਿਆਵਲ ਨੂੰ ਸਤਿਗੁਰੂ ਜੀ ਦੇਖਦੇ ਹਨ। ਔਰ ਰੰਗ ਬਰੰਗੇ ਪੰਛੀ ਜਿੱਥੇ ਬੋਲਦੇ ਚਹਿਕਦੇ ਹਨ। ਔਰ ਬੜੀ ਸ਼ੋਭਾ ਪਾ ਰਿਹਾ ਬਾਗ ਫਲਾਂ ਤੇ ਫੁੱਲਾਂ ਦੇ ਸਹਿਤ। ਇਸ ਪ੍ਰਕਾਰ ਜਿਹੜੀ ਭਾਵ ਸੁਰਤ ਹੈ ਸਾਧ ਸੰਗਤ ਜੀ ਉਹ ਫੈਲ ਗਈ ਹੈ। ਔਰ ਥਾਂ ਥਾਂ ਦੇ ਉੱਤੇ ਸਾਧ ਸੰਗਤ ਜੀ ਮੋਰ ਸ਼ੋਰ ਮਚਾਉਂਦੇ ਹਨ। ਇਹ ਵਰਖਾ ਰੁੱਤ ਦੇ ਵਿੱਚ, ਭਾਵ ਸਰੁੱਤ ਦੇ ਵਿੱਚ ਧਰਤੀ ਜਿਹੜੀ ਜਲ ਦੇ ਨਾਲ ਭਰ ਭਰ ਕੇ ਪ੍ਰਫੁੱਲਤ ਹੋਈ, ਬੜੀ ਹਰੀ ਖਿੜੀ ਹੋਈ ਹੈ। ਔਰ ਸਰੋਵਰ ਭਰ ਭਰ ਕੇ ਪਾਣੀ ਦੇ ਸੋਮੇ ਉਹਨਾਂ ਤੋਂ ਬਾਹਰ ਨੂੰ ਜਲ ਉਛਲਿਆ। ਨਦੀਆਂ ਦੀ ਜਿਹੜੀ ਚਾਲ ਹੈ ਪਾਣੀ ਦੇ ਨਾਲ ਤੇਜ਼ ਹੋਈ। ਜਿਹੜੀ ਧਰਤੀ ਬੜੀ ਤਪਦੀ ਸੀ ਗਰਮੀ ਦੀ ਰੁੱਤ ਨਾਲ, ਮੀਂਹ ਪੈਣ ਕਰਕੇ ਸ਼ੀਤਲ ਹੋ ਗਈ। ਔਰ ਇਸ ਪ੍ਰਕਾਰ ਸਤਿਗੁਰੂ ਜੀ ਨੇ ਇੱਥੇ ਚੁਮਾਸਾ ਕੱਟਿਆ, ਵਰਖਾ ਰੁੱਤ ਦੇ 2 ਮਹੀਨੇ ਕੱਟੇ। ਸਾਰੀਆਂ ਸਿੱਖ ਸੰਗਤਾਂ ਦੀਆਂ ਭਾਵਨਾ ਸਤਿਗੁਰੂ ਨੇ ਪੂਰੀਆਂ ਕੀਤੀਆਂ। ਕਦੇ ਕਦੇ ਬਹਾਦਰ ਸ਼ਾਹ ਦੇ ਨਾਲ ਵੀ ਮਿਲਾਪ ਹੁੰਦਾ। ਜਿਵੇਂ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਅੱਗੇ ਇਹ ਲਿਖਾਂਗਾ, ਜਿਵੇਂ ਬਹਾਦਰ ਸ਼ਾਹ ਦੇ ਨਾਲ ਸਤਿਗੁਰੂ ਜੀ ਦਾ ਮੇਲ ਮਿਲਾਪ ਹੁੰਦਾ ਰਿਹਾ, ਉਹ ਅਗਲੇ ਅੰਸੂ ਦੇ ਵਿੱਚ, ਆਉਣ ਵਾਲੇ ਪ੍ਰਸੰਗਾਂ ਦੇ ਵਿੱਚ, ਆਉਣ ਵਾਲੇ ਅਧਿਆਇਆਂ ਦੇ ਵਿੱਚ ਸਾਰਾ ਵਰਣਨ ਕਰਨਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਇੱਥੇ ਹੀ ਸਮਾਪਤੀ ਹੈ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਗਜਾਓ। ਕਬ ਕਬ ਮੇਲ ਸਾਸੂ ਬਨੇ, ਕਬ ਸੰਤੋਖ ਸਿੰਘ ਸੋ ਅਬ ਬਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।